ਘਰ ਸਿਰਫ ਇਨਸਾਨਾਂ ਦੇ ਨਹੀਂ ਹੁੰਦੇ, ਪਸ਼ੂ ਪੰਛੀਆਂ ਦੇ ਵੀ ਘਰ ਹੁੰਦੇ ਨੇ। ਘਰ ਉਹ ਹੁੰਦਾ ਏ ਜਿੱਥੇ ਸ਼ਾਮ ਨੂੰ ਪਰਤਾਉਣ ਨੂੰ ਜੀ ਕਰਦਾ ਏ। ਘਰ ਦੀ ਚਾਰ ਦੀਵਾਰੀ ਆਪਣੀ ਨਿੱਘ ਤੇ ਆਪਣੇ ਠੰਡਕ ਦਾ ਅਹਿਸਾਸ ਕਰਾਉਂਦੀ ਏ। ਘਰ ਖੁੱਲ੍ਹੇ ਦਰਾਂ ਨਾਲ ਤੁਹਾਡਾ ਸਵਾਗਤ ਕਰਦਾ ਏ। ਘਰ ਉਹ ਹੁੰਦਾ ਏ ਜਿੱਥੇ ਰਿਸ਼ਤੇ ਪਨਪਦੇ ਨੇ। ਕਹਿੰਦੇ ਨੇ ਘਰ ਮਨੁੱਖ ਦੀ ਪਹਿਲੀ ਪੈੜ ਤੇ ਆਖਰੀ ਪੌੜੀ ਹੁੰਦਾ ਏ। ਸਤਿ ਸ਼੍ਰੀ ਅਕਾਲ, ਮੈਂ ਸੁਖਦੀਪ ਕੌਰ ਤੇ ਤੁਸੀਂ ਵੇਖ ਰਹੇ ਹੋ ਆਈਵਲ ਟੀਵੀ। ਪ੍ਰੋਗਰਾਮ ਸੱਜਰੇ ਬੋਲ ਲੈ ਕੇ ਇੱਕ ਵਾਰ ਫਿਰ ਤੁਹਾਡੇ ਰੂਬਰੂ ਹੋ ਰਹੇ ਹਾਂ। ਅੱਜ ਦੇ ਸੈਗਮੈਂਟ ਵਿੱਚ ਅਸੀਂ ਗੱਲ ਕਰਾਂਗੇ ਘਰ ਬਾਰੇ, ਘਰ ਦੀ ਹੋਂਦ ਬਾਰੇ, ਘਰ ਦੇ ਮਹੱਤਤਾ ਬਾਰੇ। ਘਰ ਦਾ ਸਾਡੇ ਸਾਰਿਆਂ ਦੀ ਜ਼ਿੰਦਗੀ ਵਿੱਚ ਆਪਣਾ ਵੱਖਰਾ ਵਜੂਦ ਹੈ, ਆਪਣੀ ਵੱਖਰੀ ਅਹਿਮੀਅਤ ਹੈ। ਛੋਟਾ ਹੁੰਦਾ ਬੱਚਾ ਜਦੋਂ ਘਰ ਵਿੱਚ ਪੈਦਾ ਹੁੰਦਾ ਹੈ ਤਾਂ ਉਸ ਪਲ ਜਾਣੀ ਉਹ ਜਦੋਂ ਜੰਮਦਾ ਹੈ ਤੇ ਉਸ ਦੇ ਅਖੀਰ ਤੱਕ ਉਹ ਘਰ ਉਸ ਨਾਲ ਜੁੜਿਆ ਰਹਿੰਦਾ ਹੈ। ਭਾਵੇਂ ਇਨਸਾਨ ਘਰ ਤੋਂ ਦੂਰ ਵੀ ਚਲਾ ਜਾਵੇ ਪਰ ਘਰ ਕਦੇ ਉਸ ਤੋਂ ਦੂਰ ਨਹੀਂ ਜਾਂਦਾ। ਅੱਜ ਅਸੀਂ ਇਸੇ ਬਾਰੇ ਹੀ ਗੱਲ ਕਰਾਂਗੇ ਤੇ ਇਸੇ ਬਾਰੇ ਗੱਲ ਕਰਨ ਲਈ ਮੇਰੇ ਨਾਲ ਨੇ ਅਮਨਜੀਤ ਜੀ। ਅਮਨਜੀਤ ਜੀ, ਤੁਹਾਡਾ ਸਵਾਗਤ ਹੈ। ਹਾਂਜੀ, ਸਤਿ ਸ਼੍ਰੀ ਅਕਾਲ। ਅਮਨ, ਹੋਰ ਸਭ ਠੀਕ ਠਾਕ? ਹਾਂਜੀ ਹਾਂਜੀ, ਵਧੀਆ ਵਧੀਆ। ਤੇ ਅਮਨ, ਹੁਣ ਜਿਵੇਂ ਘਰ ਦੀ ਆਪਾਂ ਗੱਲ ਕਰ ਰਹੇ ਹਾਂ ਤੇ ਹਰ ਇਨਸਾਨ ਹੀ ਹਨਾ ਕਿਤੇ ਨਾ ਕਿਤੇ ਘਰ ਨਾਲ ਜੁੜਿਆ ਹੁੰਦਾ ਹੈ, ਆਪਣੇ ਘਰ ਨਾਲ ਖਾਸ ਕਰਕੇ, ਕਿਉਂਕਿ ਉਹ ਲਗਾਵ, ਉਹ ਨਿੱਘ ਹੁੰਦਾ ਘਰ ਨਾਲ। ਤਾਂ ਘਰ, ਜੇਕਰ ਆਪਾਂ ਕਹਿੰਦੇ ਆ ਨਾ, ਘਰ ਵੱਡਾ ਛੋਟਾ ਨਹੀਂ ਹੁੰਦਾ। ਹਾਂਜੀ, ਘਰ ਤਾਂ ਭਾਵੇਂ ਇੱਕ ਕਮਰੇ ਦਾ ਹੈ, ਘਰ ਜੀਆਂ ਨਾਲ ਹੈ। ਸਭ ਤੋਂ ਪਹਿਲੀ ਗੱਲ ਹੈ ਕਿ ਘਰ ਤਾਂ ਜੀਆਂ ਨਾਲ ਹੀ ਹੁੰਦਾ ਹੈ ਹਨਾ। ਤੇ ਦੂਜੀ ਗੱਲ, ਚਾਹੇ ਘਰ ਇੱਕ ਕਮਰੇ ਦਾ ਹੋਵੇ, ਚਾਹੇ ਕਈ ਕਮਰਿਆਂ ਦੀ ਬਹੁ ਮੰਜ਼ਲੀ ਇਮਾਰਤ ਹੀ ਹੋਵੇ, ਜਿਹੜੇ ਰਿਸ਼ਤੇ ਪਨਪਦੇ ਆ, ਜਿਹੜਾ ਨਿੱਘ ਤੇ ਜਿਹੜਾ ਸਕੂਨ ਘਰ ਨੂੰ, ਛੋਟੇ ਹੋਵੇ ਚਾਹੇ ਵੱਡਾ, ਉਹ ਘਰ ਸਾਨੂੰ ਦਿੰਦਾ, ਉਹ ਕਿਤੇ ਵੀ ਦੁਨੀਆ 'ਚ ਨਹੀਂ ਮਿਲਦਾ। ਹਾਂਜੀ, ਬਿਲਕੁਲ। ਤੁਸੀਂ ਬਹੁਤ ਸੋਹਣੇ ਤਰੀਕੇ ਨਾਲ ਇਸ ਪ੍ਰੋਗਰਾਮ ਦਾ ਆਗਾਜ਼ ਕੀਤਾ। ਜੋ ਕੁਛ ਵੀ ਆਪਾਂ ਹੈ ਜਾਂ ਜੋ ਕੁਛ ਵੀ ਸਮਾਜ ਦੇ ਵਿੱਚ ਵੱਡੀਆਂ ਵੱਡੀਆਂ ਸ਼ਖਸੀਅਤਾਂ ਲੈ ਲਓ, ਜਾਂ ਮੈਂ ਕਹਿੰਦੀ ਹਾਂ ਕੋਈ ਮੁਜਰਮ ਲੈ ਲਓ, ਉਹ ਘਰ ਦੇ ਮਾਹੌਲ ਤੋਂ ਹੀ ਜੋ ਉਸਨੇ ਸਮਝਿਆ, ਸੁਣਿਆ, ਵਿਚਾਰਿਆ, ਉਹ ਹੀ ਆਪਦਾ ਵਿਅਕਤੀਤਵ ਕੱਢ ਲੈਂਦਾ ਹੈ। ਅਤੇ ਮੈਂ ਇਹ ਕਹਿ ਸਕਦੀ ਹਾਂ ਕਿ ਜਿਹੜਾ ਘਰ ਹੈ ਉਹ ਸਾਡੇ ਆਚਰਣ ਦਾ, ਸਾਡੇ ਵਿਅਕਤੀਤਵ ਦਾ, ਸਾਡੇ ਜਿੰਨੇ ਵੀ ਸਾਡੇ 'ਚ ਗੁਣ ਔਗਣ ਨੇ, ਉਹ ਸਾਡਾ ਸਭ ਤੋਂ ਪਹਿਲਾ ਸਕੂਲ ਹੁੰਦਾ ਹੈ। ਉਹ ਘਰ ਦੇ ਵਿੱਚ ਜਦੋਂ ਇੱਕ ਬੱਚਾ ਜਨਮ ਲੈਂਦਾ ਹੈ, ਵੱਡੇ ਹੋਣ ਤੱਕ ਉਹ ਘਰ ਤੋਂ ਬਹੁਤ ਕੁਛ ਲੈਂਦਾ ਹੈ। ਬਹੁਤ ਕੁਛ ਦੇ ਵਿੱਚ ਇਹ ਆਪਾਂ ਕਹਿ ਸਕਦੇ ਹਾਂ ਕਿ ਉਹਦਾ ਪੂਰਨ ਵਿਅਕਤੀਤਵ ਉਸ ਘਰ ਦੀ ਸਿਰਜਣਾ ਹੀ ਹੁੰਦਾ ਹੈ ਜੀ। ਮੈਨੂੰ ਇਹ ਲੱਗਦਾ ਹੈਗਾ। ਹਾਂਜੀ, ਮੈਨੂੰ ਇੱਥੇ ਇੱਕ ਗੱਲ, ਤੁਸੀਂ ਵੀ ਛੋਟੇ ਹੁੰਦਿਆਂ ਪ੍ਰਿੰਸੀਪਲ ਤੇਜਾ ਸਿੰਘ ਜੀ ਦਾ ਨਾ ਲੇਖ ਘਰ ਦਾ ਪਿਆਰ ਯਾਦ ਆ ਗਿਆ। ਉਹ ਮੈਂ ਤੁਹਾਨੂੰ ਉਸਦਾ, ਮੈਨੂੰ ਨਾ ਜਿਹੜਾ ਪਹਿਲਾ ਪੈਰਾਗ੍ਰਾਫ ਹੈ ਉਹ ਮੈਨੂੰ ਬਹੁਤ ਟੋਂਦਾ ਹੈਗਾ। ਮੈਨੂੰ ਹੀ ਨਹੀਂ, ਹਾਂਜੀ, ਸਾਰਿਆਂ ਨੂੰ ਹੀ ਉਹ ਟੋਂਦਾ ਹੈਗਾ। ਜਿਹੜੀ ਪਰਿਭਾਸ਼ਿਤ ਮੁੱਢਲੀ ਸ਼ਬਦਾਵਲੀ ਹੈ ਉਹ ਸਾਨੂੰ ਉੱਥੋਂ ਹੀ ਮਿਲਦੀ ਹੈ। ਹਾਂਜੀ, ਉਹ ਕਹਿੰਦੇ ਨੇ ਕਿ ਘਰ ਇੱਟਾਂ ਜਾਂ ਵੱਟਿਆਂ ਦੇ ਬਣੇ ਕੋਠੇ ਨੂੰ ਨਹੀਂ ਕਹਿੰਦੇ। ਘਰ ਤੋਂ ਭਾਵ ਉਹ ਥਾਂ ਹੈ ਜਿੱਥੇ ਮਨੁੱਖ ਦੇ ਪਿਆਰ ਤੇ ਸਧਰਾਂ ਪਲਦੀਆਂ ਹਨ, ਜਿੱਥੇ ਬਾਲਪਨ ਵਿੱਚ ਮਾਂ, ਭੈਣ ਤੇ ਭਰਾ ਕੋਲੋਂ ਲਾਡ ਲਿਆ ਹੁੰਦਾ ਹੈ, ਜਿੱਥੇ ਜਵਾਨੀ ਦੇ ਵਿੱਚ ਸਾਰੇ ਜਹਾਨ ਨੂੰ ਗਾਹ ਕੇ ਲਤਾੜ ਕੇ ਖੱਟੀ ਕਮਾਈ ਕਰਕੇ ਮੁੜ ਆਉਣ ਨੂੰ ਜੀ ਕਰਦਾ ਹੈ, ਜਿੱਥੇ ਬੁਢੇਪੇ ਦੇ ਵਿੱਚ ਬਹਿ ਕੇ ਸਾਰੇ ਜੀਵਨ ਦੇ ਝਮੇਲਿਆਂ ਤੋਂ ਮਿਲੀ ਵਿਹਲ ਨੂੰ ਆਰਾਮ ਨਾਲ ਕੱਟਣ ਵਿੱਚ ਇਉਂ ਸਵਾਦ ਆਉਂਦਾ ਹੈ ਜਿਵੇਂ ਬਚਪਨ ਦੇ ਵਿੱਚ ਮਾਂ ਦੀ ਝੋਲੀ ਵਿੱਚੋਂ ਆਉਂਦਾ ਸੀ। ਘਰ ਮਨੁੱਖ ਦੇ ਨਿੱਜੀ ਵਲਵਲਿਆਂ ਤੇ ਸ਼ਖਸੀ ਰਹਿਣੀ ਦਾ ਕੇਂਦਰ ਹੈ। ਉਸ ਦੇ ਆਚਰਣ ਬਣਾਉਣ ਦੇ ਵਿੱਚ ਜਿੱਥੇ ਸਮਾਜਿਕ ਅਤੇ ਮੁਲਕੀ ਆਲੇ ਦੁਆਲੇ ਦਾ ਅਸਰ ਕੰਮ ਕਰਦਾ ਹੈ, ਉੱਥੇ ਘਰ ਦੀ ਚਾਰ ਦੀਵਾਰੀ ਅਤੇ ਇਸ ਦੇ ਅੰਦਰ ਦੇ ਹਾਲਾਤ ਦਾ ਅਸਰ ਵੀ ਘੱਟ ਕੰਮ ਨਹੀਂ ਕਰਦਾ। ਸਗੋਂ ਮਨੁੱਖ ਦਾ ਆਚਰਣ ਬਣਦਾ ਹੀ ਘਰ ਤੋਂ ਹੈ। ਇਹ ਉਸ ਦੀਆਂ ਰੁਚੀਆਂ ਅਤੇ ਸੁਭਾਅ ਦਾ ਸਾਂਚਾ ਹੈ। ਹੁਣ ਦੇਖੋ ਕਿੰਨੀ ਸੋਹਣੀ ਬਖੂਬੀ ਸ਼ਬਦਾਂ ਵਿੱਚ ਉਹਨਾਂ ਨੇ ਬਚਪਨ ਤੋਂ, ਜੰਮਣ ਤੋਂ ਲੈ ਕੇ ਜਵਾਨੀ, ਬੁਢਾਪੇ, ਤਿੰਨੇ ਪੜਾਵਾਂ ਨੂੰ ਘਰ ਦੇ ਨਾਲ ਜੋੜ ਕੇ। ਹਾਂਜੀ, ਤਿੰਨੋਂ ਰੰਗ ਜਿਹੜੇ ਅਸੀਂ ਮੰਨਦੇ ਹਾਂ, ਬਚਪਨ, ਜਵਾਨੀ ਤੇ ਬੁਢੇਪਾ, ਉਹ ਅਸੀਂ ਘਰ ਦੀ ਹੋਂਦ ਨੂੰ ਮਨਫੀ ਨਹੀਂ ਕਰ ਸਕਦੇ। ਘਰ ਤੁਹਾਡੀ, ਜਿਵੇਂ ਕਿ ਮੈਂ ਪਹਿਲਾਂ ਵੀ ਕਿਹਾ, ਵੀ ਕਿਸੇ ਵੀ ਸ਼ਖਸ ਦਾ, ਚਾਹੇ ਉਹ ਬਹੁਤ ਮਹਾਨ ਸ਼ਖਸ ਹੈ, ਚਾਹੇ ਉਹ
ਬਹੁਤ ਹੀ ਮਤਲਬ ਕ੍ਰਿਮੀਨਲ ਦੀ ਦੁਨੀਆ 'ਚ ਚਲਾ ਗਿਆ ਬੰਦਾ ਹੈ, ਉਹ ਸਭ ਕੁਝ ਉੱਥੋਂ ਹੀ ਉਹਦੀ ਸ਼ੁਰੂਆਤ ਹੁੰਦੀ ਹੈ। ਘਰ ਤੋਂ ਹੀ ਉਸ ਨੂੰ ਗੁਣ ਔਗਣ, ਚੰਗਾ ਵਾਤਾਵਰਨ, ਮਾੜਾ ਵਾਤਾਵਰਨ ਉਸ ਘਰ ਤੋਂ ਹੀ ਉਸ ਨੂੰ ਮਿਲਦਾ ਹੈ। ਸੋ ਘਰ ਦੀ ਤਾਂ ਸਾਡੇ ਜੀਵਨ ਦੇ ਵਿੱਚ ਬਹੁਤ ਅਹਿਮੀਅਤ ਹੈ। ਸਾਡੀ ਜ਼ਿੰਦਗੀ ਦਾ ਸਭ ਤੋਂ ਸੋਹਣਾ, ਸਭ ਤੋਂ ਸੰਪੂਰਨ, ਜਿੱਥੇ ਆ ਕੇ ਕਹਿੰਦੇ ਹੁੰਦੇ ਆ ਨਾ, ਇੱਕ ਮੈਨੂੰ ਕਹਾਵਤ ਵੀ ਯਾਦ ਆਉਂਦੀ ਹੈ, ਸੁਖਦੀਪ, ਕਹਿੰਦੇ ਹੁੰਦੇ ਆ ਕਿ ਆਪਾਂ ਬੜੇ ਘੁੰਮ ਲੈਂਦੇ ਆ, ਵੱਡੇ ਵੱਡੇ ਹੋਟਲ 'ਚ ਜਾ ਕੇ ਵੀ ਰਹਿ ਆਉਂਦੇ ਆ, ਪਰ ਜੋ ਘਰੇ ਆ ਕੇ ਸਾਨੂੰ ਸਕੂਨ ਤੇ ਸ਼ਾਂਤੀ ਮਿਲਦੀ ਹੈ ਜਾਂ ਸਾਨੂੰ ਮਤਲਬ ਉਹ ਆਪਣਾਪਨ ਮਿਲਦਾ, ਸਾਨੂੰ ਕਿਤੇ ਨਹੀਂ ਮਿਲਦਾ ਨਾ। ਉਹ ਕਹਿੰਦੇ ਹੁੰਦੇ ਆ, ਜੋ ਸੁਖ ਛੱਜੂ ਦੇ ਚੁਬਾਰੇ ਉਹ ਨਾ ਬਲਖ ਨਾ ਬੁਖਾਰੇ। ਮਤਲਬ ਘਰ ਨੂੰ, ਹੋਰ ਇਸ ਤੋਂ ਵੱਡੀ ਅਹਿਮੀਅਤ ਘਰ ਨੂੰ ਕਿਵੇਂ ਮਿਲ ਸਕਦੀ ਹੈ ਨਾ। ਅਸੀਂ ਬਹੁਤ ਵੱਡੀਆਂ ਥਾਵਾਂ ਤੇ ਜਾ ਆਉਂਦੇ ਹਾਂ, ਸਭ ਘੁੰਮੇ ਆਉਂਦੇ ਹਾਂ, ਪਰ ਅੰਤ ਘਰ ਪਰਤਨ ਨੂੰ ਸਾਡਾ ਜੀ ਕਰਦਾ। ਘਰ ਆ ਕੇ ਅਸੀਂ ਮਤਲਬ ਇੱਕ ਵੱਖਰੀ ਤਰ੍ਹਾਂ ਦੀ ਆਜ਼ਾਦੀ ਮਹਿਸੂਸ ਕਰਦੇ ਹਾਂ। ਆਜ਼ਾਦੀ ਵੀ ਮੈਂ ਕਹਾਂਗੀ, ਸੁਰੱਖਿਆ ਮਹਿਸੂਸ ਕਰਦੇ ਹਾਂ। ਮਤਲਬ ਉੱਥੇ ਜਾ ਕੇ ਸਾਨੂੰ ਆਪਣਾਪਨ, ਬਹੁਤ ਜ਼ਿਆਦਾ ਆਪਣਾਪਨ ਮਹਿਸੂਸ ਹੁੰਦਾ। ਹਾਲਾਂਕਿ ਘਰ 'ਚ ਕੋਈ ਜੀ ਨਾ ਵੀ ਹੋਵੇ ਨਾ, ਫਿਰ ਵੀ ਸਾਨੂੰ ਉਹ ਘਰ, ਜਿਹੜਾ ਆਪਣਾ ਘਰ ਹੈ, ਉਹ ਆਪਾਂ ਨੂੰ ਅਹਿਸਾਸ ਕਰਾਉਂਦਾ ਹੈਗਾ ਵੀ ਇਹ ਸਭ ਤੋਂ ਸੁਖਾਵਾਂ, ਸਭ ਤੋਂ ਸੁਰੱਖਿਅਤ ਥਾਂ ਇਹ ਹੈਗਾ। ਹੁਣ ਜਿਵੇਂ ਅੱਜ ਕੱਲ ਘੁੰਮਣ ਫਿਰਨ ਦਾ ਬਹੁਤ ਟ੍ਰੈਂਡ ਹੈ, ਲੋਕੀ ਮਹੀਨਾ ਛੁੱਟੀਆਂ ਮਨਾਉਣ ਜਾਂਦੇ ਆ, ਪਰ ਜਦੋਂ ਉਹ ਹੋਟਲਾਂ 'ਚ ਰਹਿ ਕੇ, ਰਿਜ਼ੋਰਟਾਂ 'ਚ ਰਹਿ ਕੇ ਕਿਤੇ ਨਾ ਕਿਤੇ ਉਸ ਟਾਈਮ ਉਹਨਾਂ ਨੂੰ ਚੰਗਾ ਲੱਗਦਾ, ਬੜੇ ਐਕਸਾਈਟਡ ਹੋ ਕੇ ਜਾਂਦੇ ਆ, ਪਰ ਜਦੋਂ ਮਹੀਨੇ ਦੀ ਥਕਾਵਟ ਬਾਅਦ ਘਰ ਦੇ ਆ ਕੇ ਮੰਜਿਆਂ ਤੇ ਬਿਸਤਰਿਆਂ ਤੇ ਬਹਿੰਦੇ ਆ ਤੇ ਘਰ ਦੀ ਸਿੰਪਲ ਦਾਲ ਰੋਟੀ ਖਾਂਦੇ, ਤਾਂ ਉਹਨਾਂ ਨੂੰ ਲੱਗਦਾ ਵੀ ਸਾਰਾ ਕੁਝ ਫੇਲ ਹੈ। ਜਿਹੜਾ ਸਕੂਨ ਹੁਣ ਆ ਰਿਹਾ ਇਹਦੇ ਵਰਗਾ ਕੁਝ ਵੀ ਨਹੀਂ ਹੋ ਸਕਦਾ। ਹੁਣ ਜਿਵੇਂ ਅਮਨ ਤੁਸੀਂ ਗੱਲ ਕੀਤੀ ਹੈ ਨਾ ਬਚਪਨ ਦੇ ਸੰਸਕਾਰਾਂ ਦੀ, ਤਾਂ ਜਦੋਂ ਬੱਚਾ ਦੁਨੀਆ 'ਚ ਆਉਂਦਾ ਹੈ, ਜੰਮਦਾ ਹੈ, ਤਾਂ ਉਹ ਇੱਕ ਕੋਰਾ ਕਾਗਜ਼ ਹੈ। ਉਸ ਤੋਂ ਬਾਅਦ ਉਸ ਤੇ ਜੋ ਵੀ ਉਲੀਕਿਆ ਜਾਂਦਾ ਹੈ, ਉਸ ਦਾ ਸਭ ਤੋਂ ਵੱਡਾ ਜਿਹੜਾ ਉਹਦੇ ਜ਼ਿੰਦਗੀ 'ਚ ਰੋਲ ਹੁੰਦਾ, ਉਹਦਾ ਘਰ ਦਾ ਹੁੰਦਾ। ਬੱਚੇ ਦੀ ਆਦਤ, ਬੱਚੇ ਦੇ ਸੰਸਕਾਰ ਵਿੱਚ ਅਸੀਂ ਕਹਿੰਦੇ ਨਾ, ਉਸ ਤੇ ਘਰ ਦੀ ਵੀ ਝਲਕ ਦਿਖਦੀ ਹੈ। ਆਮ ਤੌਰ ਤੇ ਇਹ ਕਿਹਾ ਜਾਂਦਾ ਹੈ ਵੀ ਜਦੋਂ ਕੋਈ ਸਿਆਣਾ ਬਜ਼ੁਰਗ ਹੈ ਜਿਹੜਾ, ਉਹ ਕਿਸੇ ਚੰਗੇ ਬੱਚੇ ਨੂੰ ਵੇਖੂ ਜਿਹਦੇ ਚੰਗੇ ਗੁਣ ਹੋਣਗੇ, ਤਾਂ ਇਹ ਕਹੂਗਾ ਵੀ ਇਹ ਬੜੇ ਸਾਊ ਘਰ ਦਾ ਬੱਚਾ, ਇਹਨੂੰ ਬੜੇ ਚੰਗੇ ਮਾਂ ਪਿਓ ਨੇ, ਇਹਦੇ ਬਜ਼ੁਰਗਾਂ ਨੇ ਸੰਸਕਾਰ ਦਿੱਤੇ ਨੇ। ਤਾਂ ਯਾਨੀ ਜਿਹੜਾ ਘਰ ਹੈ, ਉਹ ਜਿਵੇਂ ਹੁਣ ਕੀ ਆਪਾਂ ਪਿੱਛੇ ਵੀ ਗੱਲ ਕੀਤੀ, ਤਾਂ ਘਰ ਜਿਹੜਾ ਤੁਹਾਡੇ ਕਿਰਦਾਰ 'ਚੋਂ ਵੀ ਤੁਹਾਡਾ ਘਰ ਝਲਕਦਾ ਹੁੰਦਾ ਹੈ। ਤੇ ਇਸ ਲਈ ਜੀ ਕੋਸ਼ਿਸ਼ ਇਹੀ ਕਰਨੀ ਚਾਹੀਦੀ ਹੈ ਕਿ ਕਿਤੇ ਨਾ ਕਿਤੇ ਜਿਹੜੇ ਮਤਲਬ ਬਚਪਨ ਤੋਂ ਹੀ ਜਾਂ ਸ਼ੁਰੂ ਤੋਂ ਹੀ ਸੰਸਕਾਰ ਘਰ ਦੇ ਇਹੋ ਜਿਹੀ ਨੀਂਹ ਉਸਾਰੀ ਜਾਵੇ ਕਿ ਜਿਹੜੀ ਬੰਦੇ ਦੀ ਸ਼ਖਸੀਅਤ ਹੈ ਬੜੀ ਹੀ ਉਸਾਰੂ ਹੋਵੇ, ਹਨਾ। ਤੇ ਇਹ ਕੋਸ਼ਿਸ਼ ਘਰ ਤੋਂ ਹੀ ਆਰੰਭ ਹੋਣੀ ਚਾਹੀਦੀ ਹੈ। ਹਾਂਜੀ, ਬਿਲਕੁਲ, ਘਰ ਤੋਂ ਹੀ ਸ਼ੁਰੂਆਤ ਹੁੰਦੀ ਹੈ ਇਸ ਚੀਜ਼ ਦੀ, ਕਿਉਂਕਿ ਬੱਚਾ ਜਿਹੜਾ ਉਹ ਤਾਂ ਕੋਰੀ ਸਲੇਟ ਆ, ਉਹ ਜੋ ਤੁਸੀਂ ਉਸ ਦੇ ਉੱਤੇ ਲਿਖ ਦੋਗੇ ਉਹਦਾ ਉਹ ਪੱਕਾ ਹੋ ਜਾਣਾ ਹੈਗਾ। ਤੇ ਜਿਹੜਾ ਘਰ ਹੈ, ਘਰ ਦੇ ਜਿਹੜੇ ਵੱਡੇ ਵਡੇਰੇ ਜੀ ਨੇ, ਜਦੋਂ ਉਹ ਆਪਸ ਦੇ ਵਿੱਚ ਵਿਚਰਦੇ ਨੇ, ਤੇ ਜਿਹੜਾ ਛੋਟਾ ਨਿਆਣਾ ਹੈ ਉਹ ਉਹਨਾਂ ਨੂੰ ਦੇਖਦਾ ਹੈ, ਤਾਂ ਉਹਨਾਂ ਦਾ ਅਕਸ ਜਿਹੜਾ ਹੈਗਾ ਉਸ ਦੇ ਉੱਤੇ ਸਹਿਜੇ ਰੂਪ ਨਾਲ ਹੀ ਉਹਦੇ ਵਿੱਚੋਂ ਝਲਕਦਾ ਹੈ। ਸੋ ਆਮ ਹੀ ਕਿਹਾ ਜਾਂਦਾ ਹੈ ਕਿ ਤੂੰ ਆਪਦੇ ਮਾਂ ਵਰਗੀ ਹੈ ਜਾਂ ਤੂੰ ਆਪਣੇ ਪਿਓ ਵਰਗੀ ਹੈ। ਤਾਂ ਉਹਦੇ ਵਿੱਚ ਕੀ ਹੁੰਦਾ ਕਿ ਅਸੀਂ ਆਪਣੇ ਮਾਂ, ਆਪਣੇ ਪਿਓ, ਆਪਣੇ ਪਰਿਵਾਰ ਦੇ ਜੀਆਂ ਤੋਂ ਬਹੁਤ ਕੁਛ ਅਸਹਿਜ ਰੂਪ ਦੇ ਵਿੱਚ ਹੀ ਲੈ ਲੈਂਦੇ ਹਾਂ ਬਚਪਨ ਤੋਂ। ਤਾਂ ਫਿਰ ਉਹ ਸਾਡੇ ਕਿਰਦਾਰ ਦੇ ਵਿੱਚ, ਸਾਡੇ ਵਿਅਕਤੀਤਵ ਦੇ ਵਿੱਚ ਉਹ ਗੁਣ ਸ਼ਾਮਿਲ ਹੋ ਜਾਂਦੇ ਹੈਗੇ ਨੇ। ਤਾਂ ਉਸ ਦੀ ਆਪਾਂ ਇਹ ਕਹਿ ਸਕਦੇ ਹਾਂ, ਜਿਹੜੀ ਘਰ ਹੈਗਾ ਉਹ ਕਿਸੇ ਵੀ ਇਨਸਾਨ ਦੇ ਵਿਅਕਤੀਤਵ ਦੀ ਉਹ ਉਸਾਰੀ ਕਰਦਾ ਹੈਗਾ। ਤਾਂ ਸੋ ਘਰ ਦੀ ਤਾਂ ਮਤਲਬ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਅਹਿਮੀਅਤ ਹੈਗੀ ਹੈ। ਘਰ ਦੇ ਵਿੱਚ ਰਹਿਣ ਵਾਲੇ ਜੀਆਂ ਦਾ ਜਦੋਂ ਉਹ ਆਪਸ ਦੇ ਵਿੱਚ ਜਿਸ ਤਰੀਕੇ ਨਾਲ ਉਹ ਵਿਚਰਦੇ ਨੇ, ਜਿਸ ਤਰੀਕੇ ਨਾਲ ਉਹਨਾਂ ਦਾ ਰਹਿਣ ਸਹਿਣ ਹੈ, ਜੋ ਉਹਨਾਂ ਦਾ ਸੋਚ ਹੈ, ਵਿਚਾਰ ਹੈ। ਹੁਣ ਦੇਖੋ ਜਿਹੜੇ ਇਹ ਗੁਣ ਨੇ, ਇਮਾਨਦਾਰੀ ਹੋਇਆ, ਆਪਣੀ ਗੱਲ ਦੇ ਉੱਤੇ ਪੱਕੇ ਰਹਿਣਾ ਹੋਇਆ, ਵਿਸ਼ਵਾਸ ਹੋਇਆ, ਇਹ ਜਿਹੜੀਆਂ ਸਾਡੀਆਂ ਨੈਤਿਕ ਕਦਰਾਂ ਕੀਮਤਾਂ ਸੀਗੀਆਂ, ਸਾਡੇ ਵੱਡ ਵਡੇਰਿਆਂ ਦੀਆਂ ਸੀਗੀਆਂ, ਉਹ ਕੈਰੀ ਫਾਰਵਰਡ ਅੱਗੇ ਹੁੰਦੀਆਂ ਸੀ। ਇੱਕ ਪਰਿਵਾਰ ਤੋਂ ਫਿਰ ਦੂਜੇ ਪਰਿਵਾਰ 'ਚ, ਫਿਰ ਦੂਸਰੇ ਤੋਂ ਤੀਸਰੇ ਪਰਿਵਾਰ ਦੇ ਵਿੱਚ। ਇਹ ਕਿਹਾ ਜਾਂਦਾ ਸੀਗਾ ਕਿ ਉਹ ਬੰਦਾ ਇਹ ਕੰਮ ਨਹੀਂ ਕਰ ਸਕਦਾ, ਇਹ ਬੰਦਾ ਇਹ ਕੰਮ ਉਸ ਬੰਦੇ ਦਾ ਨਹੀਂ ਹੈਗਾ। ਤੇ ਇਹੋ ਜਿਹੇ ਜਿਹੜੇ ਗੁਣ ਨੇ ਜਾਂ ਉਹ ਸੁਭਾਅ ਨੇ, ਜਾਂ ਜਿਵੇਂ ਆਪਾਂ ਕਹਿ ਸਕਦੇ ਹੈਗੇ ਆ ਜਿਹੜੀ ਉਹਨਾਂ ਦੀ ਤਸੀਰ ਹੈਗੀ ਆ, ਉਹ ਕਿੱਥੋਂ ਉਪਜਦੀ ਹੈ?
ਘਰ ਦੇ ਵਿੱਚੋਂ ਹੀ, ਘਰ ਦੇ ਜੀਆਂ ਦੇ ਵਿੱਚੋਂ ਹੀ ਉਪਜਦੀ ਹੈ। ਮਾਂ ਬਹੁਤ ਵੱਡਾ ਰੋਲ ਅਦਾ ਕਰਦੀ ਹੈ, ਪਿਓ ਬਹੁਤ ਵੱਡਾ ਰੋਲ ਅਦਾ ਕਰਦਾ ਹੈ। ਮਾਂ ਤੇ ਪਿਓ ਦੋਨੇ ਘਰ ਬਣਦੇ ਨੇ, ਫਿਰ ਉਹ ਬੱਚੇ ਜਿਹੜੇ ਨੇ ਉਹਨਾਂ ਤੋਂ ਉਹਨਾਂ ਦੇ ਬੱਚੇ, ਫਿਰ ਉਹਨਾਂ ਦੇ ਬੱਚੇ, ਫਿਰ ਉਹਨਾਂ ਦੇ ਬੱਚੇ, ਉਹ ਪੀੜ੍ਹੀ ਦਰ ਪੀੜ੍ਹੀ ਕੁਛ ਜਿਹੜੇ ਗੁਣ ਨੇ ਉਹ ਸਾਡੇ ਅਗਾਂਹ ਚੱਲਦੇ ਨੇ। ਤਾਂ ਜ਼ਰੂਰਤ ਸਮੇਂ ਦੀ ਇਹ ਆ ਕਿ ਆਪਾਂ ਘਰ ਦੀਆਂ ਨੀਹਾਂ, ਕਦਰਾਂ ਕੀਮਤਾਂ, ਜਿਹੜੀਆਂ ਸਾਡੀਆਂ ਨੈਤਿਕ ਕਦਰਾਂ ਕੀਮਤਾਂ ਸੀਗੀਆਂ, ਉਹਨਾਂ ਦੇ ਨਾਲ ਹੀ ਇਹ ਜਿਹੜਾ ਘਰ ਦੀ ਨੀਂਹ ਆ ਮਜ਼ਬੂਤ ਬਣਦੀ ਹੈ। ਅੱਜ ਦੇ ਭਾਵੇਂ ਜਿੰਨਾ ਮਰਜ਼ੀ ਪਦਾਰਥਵਾਦ ਹਾਵੀ ਹੈ ਆਪਣੇ ਸਮਾਜ ਦੇ ਉੱਤੇ, ਪਰੰਤੂ ਫਿਰ ਵੀ ਜ਼ਰੂਰਤ ਨੈਤਿਕ ਕਦਰਾਂ ਕੀਮਤਾਂ ਦੀ ਹੈ, ਤਾਂ ਹੀ ਸਾਡੇ ਕਿਰਦਾਰ ਬਿਲਡ ਹੋ ਸਕਣਗੇ, ਤਾਂ ਹੀ ਕਿਉਂਕਿ ਅੱਜ ਦੇ ਜਿਹੜੇ ਮਾਂ ਪਿਓ ਨੇ ਉਹ ਕੱਲ੍ਹ ਦੇ ਵੱਡ ਵਡੇਰੇ ਬਣਨਗੇ, ਤਾਂ ਜਿਹੜੇ ਅੱਜ ਦੇ ਬੱਚੇ ਹੈਗੇ ਉਹ ਕੱਲ੍ਹ ਦੇ ਮਾਂ ਪਿਓ ਬਣਨਗੇ। ਉਹ ਜੇ ਉਹ ਇਸ ਚੀਜ਼ ਨਾਲ ਜੁੜੇ ਹੋਏ ਹੋਣਗੇ ਜਾਂ ਉਹਨਾਂ ਵਿੱਚ ਉਹ ਨੈਤਿਕ ਕਦਰਾਂ ਕੀਮਤਾਂ ਹੋਣਗੀਆਂ, ਫਿਰ ਹੀ ਉਹ ਘਰ ਨੂੰ ਆਪਣੀ ਦੇਣ ਦੇ ਸਕਦੇ ਹੈਗੇ ਆ। ਹੁਣ ਅਮਨ, ਜਿਵੇਂ ਕਿ ਕਹਿੰਦੇ ਆ ਮਰਦ ਦੀ ਸਿਆਣਪ ਤੇ ਔਰਤ ਦਾ ਸੋਹਜ, ਇਹ ਰਲ ਕੇ ਘਰ ਬਣਾਉਂਦੇ ਨੇ। ਤੇ ਬਜ਼ੁਰਗ ਤੇ ਇਹ ਵੀ ਕਹਿੰਦੇ ਨੇ ਬੰਦਾ ਸਾਰੀ ਉਮਰ ਲੱਗਾ ਰਵੇ ਪਰ ਘਰ ਨਹੀਂ ਬਣਦਾ। ਆਪਾਂ ਹੁਣ ਜਿਵੇਂ ਵੇਖਦੇ ਆ ਕਿ ਉਹੀ ਗੱਲ, ਜਿਵੇਂ ਜਦੋਂ ਨਵੀਂ ਪੀੜ੍ਹੀ ਆਉਂਦੀ ਹੈ ਹਨਾ, ਉਹ ਕੁਝ ਨਵੇਂ ਢੰਗ ਦਾ ਘਰ ਚਾਹੁੰਦੀ ਹੈ, ਤਾਂ ਫਿਰ ਇਹ ਬਦਲਾਅ ਬਣੇ ਰਹਿੰਦੇ ਆ। ਪਰ ਜਿਹੜਾ ਘਰ ਦੀ ਉਹੀ ਗੱਲ, ਜਿਹੜਾ ਘਰ ਦਾ ਬੇਸ ਹੈ ਉਹ ਮੋਹ ਪਿਆਰ ਹੈ, ਰਿਸ਼ਤੇ ਨਾਤੇ ਆ ਹਨਾ। ਘਰ ਤਾਂ ਚਲੋ ਪਹਿਲਾਂ ਕੱਚੇ ਸੀ, ਹੁਣ ਪੱਕੇ ਹੋ ਗਏ। ਇਹ ਤਾਂ ਇੱਕ ਢਾਂਚਾ ਸੀ ਜਿਹੜਾ ਨਵੇਂ ਢੰਗਾਂ ਨਾਲ ਬਦਲ ਰਿਹਾ। ਹੋਰ ਇਸ ਤੋਂ ਪਤਾ ਨਹੀਂ ਅਗਲੇ ਦੌਰ ਵਿੱਚ ਕੀ ਬਦਲਾਵ ਆਵੇਗਾ। ਇੱਕ ਨਾ ਆਮ ਆਪਾਂ ਜਦੋਂ ਫੋਨਾਂ ਤੇ ਸਟੇਟਸ ਵੇਖਦੇ ਆਪਾਂ ਕਹਿੰਦੇ ਸੀ ਨਾ, ਜਦੋਂ ਘਰ ਕੱਚੇ ਸੀ ਤਾਂ ਰਿਸ਼ਤੇ ਪੱਕੇ ਸੀ। ਹੁਣ ਜਦੋਂ ਰਿਸ਼ਤੇ ਮਤਲਬ ਘਰ ਪੱਕੇ ਹੋ ਗਏ ਤਾਂ ਸਾਡੇ ਰਿਸ਼ਤੇ ਕਮਜ਼ੋਰ ਹੋ ਗਏ ਨੇ, ਕੱਚੇ ਹੋ ਗਏ ਨੇ। ਤੇ ਇੱਕ ਮੈਂ ਹੋਰ ਗੱਲ ਪੜ੍ਹੀ ਸੀ, ਉਹ ਕਹਿੰਦੇ ਜਿਨ੍ਹਾਂ ਦੇ ਘਰ ਕੱਚੇ ਹੁੰਦੇ ਆ ਨਾ, ਉਹ ਬੜੇ ਨਿੱਘ ਨਾਲ ਆਉਣ ਵਾਲਿਆਂ ਦਾ ਸਵਾਗਤ ਕਰਦੇ ਆ, ਪਰ ਪੱਕੇ ਘਰਾਂ ਦੇ ਤਾਂ ਕੁੱਤੇ ਹੀ ਆਇਆ ਗਿਆ ਤੇ ਭੌਂਕਦੇ ਆ। ਵੇਖੋ ਕਿੱਦਾਂ ਦੀ ਸੋਚ, ਕਿਤੇ ਨਾ ਕਿਤੇ ਜਿਹੜਾ ਬੰਦਾ ਇਹ ਚੀਜ਼ ਲਿਖ ਰਿਹਾ ਉਹ ਸੱਚ ਵੀ ਹੈ। ਹੁਣ ਜਦੋਂ ਤੁਸੀਂ ਵੱਡੇ ਘਰਾਂ 'ਚ ਕੋਠੀਆਂ ਚਲੇ ਜਾਓ ਤਾਂ ਪਹਿਲਾਂ ਕੁੱਤਾ ਦਰਾਂ ਤੇ ਭੌਂਕੂਗਾ, ਆਪਾਂ ਨੂੰ ਹੋਊਗਾ ਭਾਈ ਇਹਨੂੰ ਪਾਸੇ ਕਰੋ, ਕਿਤੇ ਇਹ ਨਾ ਹੋਵੇ ਨਾ ਆਏ ਆ ਤੇ ਸੱਟ ਲਵਾ ਕੇ ਹੀ ਜਾਈਏ, ਜ਼ਖਮ ਲੈ ਕੇ ਹੀ ਜਾਈਏ। ਤਾਂ ਇਹਦੇ ਨਾਲ ਹੀ ਇੱਕ ਇਹ ਆ ਨਾ, ਜਿਵੇਂ ਕਿ ਆਪਾਂ ਘਰ ਹੁਣ ਆਪਾਂ ਜਦੋਂ ਵੇਖਦੇ ਹਾਂ ਸ਼ਾਮ ਹੁੰਦੀ ਹੈ ਹਨਾ, ਜਿਵੇਂ ਜਿਵੇਂ ਦਿਨ ਢਲਦਾ ਹੈ ਤਾਂ ਪਰਿੰਦੇ ਸਾਰੇ ਪੰਛੀ ਕਿੱਦਾਂ ਮੁੜ ਆਪਦੇ ਆਲਣਿਆਂ ਤੇ ਉਡਾਰੀਆਂ ਭਰਦੇ ਨੇ। ਉਹ ਚੀਜ਼ ਬੜਾ ਇਮੋਸ਼ਨਲੀ ਆਪਾਂ ਨੂੰ ਮਤਲਬ ਟੱਚ ਕਰਦੀ ਹੈ ਕਿ ਇਹਨਾਂ ਦੇ ਅੰਦਰ ਵੀ ਫੀਲਿੰਗ ਹੈ। ਫਿਰ ਉਹਨਾਂ ਦੇ ਛੋਟੇ ਛੋਟੇ ਬੋਟ ਕਿੱਦਾਂ ਚੁੰਝਾਂ ਚੁੱਕੀ ਹਨਾ ਆਲਣੇ 'ਚ ਆਪਦੀ ਮਤਲਬ ਮਾਂ ਦਾ ਇੰਤਜ਼ਾਰ ਕਰ ਰਹੇ ਨੇ, ਉਹ ਆ ਕੇ ਉਹਨਾਂ ਦੀਆਂ ਚੁੰਝਾਂ 'ਚ ਦਾਣਾ ਪਾਉਂਦੀ ਹੈ। ਤਾਂ ਇਹ ਅਹਿਸਾਸ, ਯਾਨੀ ਦੇਖੋ ਆਪਾਂ ਤਾਂ ਚਲੋ ਇਨਸਾਨ ਆ, ਪਰ ਹਰ ਕੋਈ, ਉਹ ਚਾਹੇ ਪਸ਼ੂ ਹੈ, ਪੰਛੀ, ਕੁਦਰਤ ਨੇ ਇਹ ਚੀਜ਼ ਬਣਾਈ ਏਦਾਂ ਦੀ ਹੈ ਕਿ ਉਹ ਲਗਾਵ, ਉਹ ਜੁੜਾਵ ਘਰ ਨਾਲ ਹਰ ਕਿਸੇ ਨੂੰ ਹੁੰਦਾ ਹੈ। ਹਾਂਜੀ ਬਿਲਕੁਲ, ਤੁਸੀਂ ਦੇਖਿਆ ਹੋਏਗਾ ਕਿਸੇ ਵੀ ਦਰਖਤ ਦੇ ਉੱਤੇ ਹਨਾ ਬੜਾ ਸੋਹਣੇ ਆਲਣੇ ਪਾਏ ਹੁੰਦੇ ਆ। ਮੇਰੇ ਘਰ ਨਾ ਕਿੰਨੂਆਂ ਦਾ ਬੂਟਾ ਲੱਗਿਆ ਹੋਇਆ, ਅਨਾਰਾਂ ਦਾ ਬੂਟਾ ਲੱਗਿਆ ਹੋਇਆ, ਉੱਤੇ ਫਲ ਬਹੁਤ ਲੱਗਦਾ। ਤੇ ਇੰਨੀ ਖੂਬਸੂਰਤੀ ਦੇ ਨਾਲ ਉਸ ਪੰਛੀ ਨੇ, ਛੋਟਾ ਜਿਹਾ ਪੰਛੀ ਹੈ ਉਹ, ਇੰਨੀ ਸੋਹਣੀ ਸਿਰਜਣਾ ਕੀਤੀ ਹੋਈ ਹੈ ਉਸਨੇ। ਤੇ ਫਿਰ ਉਹ ਮਤਲਬ ਦੇਖੋ, ਇੱਕ ਕੁਦਰਤ ਨੇ ਵੀ ਪਸ਼ੂਆਂ ਦੇ ਵਿੱਚ, ਪੰਛੀਆਂ ਦੇ ਵਿੱਚ ਸੋਹਜ ਪਾਇਆ ਹੈਗਾ ਕਿ ਮਤਲਬ ਉਹ ਵੀ ਸਿਕਿਉਰਿਟੀ ਚਾਹੁੰਦੇ ਨੇ, ਸੁਰੱਖਿਆ ਚਾਹੁੰਦੇ ਨੇ ਵੀ ਆਪਣੇ ਮੇਰੇ ਬੱਚਾ ਕਿਸੇ ਹਾਲੇ ਉਹਨੂੰ ਕੋਈ ਤਕਲੀਫ ਨਾ ਹੋਵੇ, ਉਹਦੇ ਵਾਸਤੇ ਪੋਲਾ ਆਲਣਾ ਬਣਾਉਂਦੇ ਆ, ਮੂੰਹ ਦੇ ਵਿੱਚ ਭਰ ਡੱਕੇ ਹਨਾ ਰੂਮ ਇਕੱਠੀ ਕਰਕੇ, ਫਿਰ ਉਹ ਇੱਕ ਟਾਹਣੀ ਦੇ ਨਾਲ ਉਹ ਲਮਕਦਾ ਹੁੰਦਾ ਤੇ ਨਿੱਕੀ ਜਿਹੀ ਜਗ੍ਹਾ ਹੁੰਦੀ ਜਿਸ ਦੇ ਵਿੱਚ ਉਹ ਜਾ ਸਕਦੀ ਹੈ। ਇਸੇ ਤਰ੍ਹਾਂ ਇੱਕ ਹੋਰ ਖੂਬਸੂਰਤ ਚਿੜੀਆਂ ਹੁੰਦੀਆਂ ਨੇ ਕਾਲੇ ਰੰਗ ਦੀਆਂ, ਉਹ ਮਿੱਟੀ ਭਰਦੀਆਂ ਨੇ ਚੁੰਝ ਦੇ ਵਿੱਚ ਤੇ ਕੰਧ ਦੇ ਇੱਕ ਪਾਸੇ ਦੇ ਉੱਤੋਂ ਦੀ ਉਹ ਮਤਲਬ ਉਹਨੂੰ ਬਣਾ ਲੈਂਦੀਆਂ ਹੈਗੀਆਂ ਤੇ ਉੱਪਰ ਜਾ ਕੇ ਉਹ ਇੰਨੀ ਕੁ ਜਗ੍ਹਾ ਛੱਡਦੀਆਂ ਜਿਸ ਦੇ ਵਿੱਚ ਉਹ ਉਹਨਾਂ ਨੂੰ ਖਾਣਾ ਦੇ ਸਕਣ। ਦੇਖੋ ਕੁਦਰਤ ਦਾ ਕਿੰਨਾ ਕਮਾਲ ਹੈਗਾ ਕਿ ਇਹ ਸੋਹਜ ਘਰ ਦੇ ਲਈ, ਮਤਲਬ ਘਰ ਪਿਆਰ ਦੇ ਲਈ ਇਹ ਕੁਦਰਤ ਨੇ ਦਿੱਤਾ ਹੈਗਾ। ਉਹ ਦੇਖੋ ਮੇਲ ਤੇ ਫੀਮੇਲ ਦੋਨੇ ਹੀ ਤਰੱਦਦ ਕਰਦੇ ਨੇ, ਬਣਾਉਂਦੀਆਂ ਨੇ ਉਹ ਆਲਣਾ, ਤੇ ਫਿਰ ਉੱਥੇ ਉਹਨਾਂ ਦੇ ਨਿੱਕੇ ਨਿੱਕੇ ਬੋਟ ਜਿਹੜੇ ਹੈਗੇ ਆ ਉਹ ਉਡਾਰੀ ਮਾਰਨੀਆਂ ਸਿੱਖਦੇ ਨੇ, ਖਾਂਦੇ ਆਪਣਾ ਝੋਗਾ ਉਹਨਾਂ ਨੂੰ ਚੁਗਾਉਂਦੀਆਂ। ਤਾਂ ਘਰ ਤਾਂ ਮਤਲਬ ਤੁਸੀਂ ਦੇਖੋ, ਇਨਸਾਨ ਨੇ ਤਾਂ ਬਣਾਉਣਾ, ਉਹਨੂੰ ਤਾਂ ਇੰਨੀਆਂ ਸ਼ਕਤੀਆਂ ਦੇਤੀਆਂ ਉਸ ਅਕਾਲ ਪੁਰਖ ਨੇ ਹਨਾ, ਉਸ ਕੁਦਰਤ ਨੇ ਇੰਨੀਆਂ ਸ਼ਕਤੀਆਂ ਦਿੱਤੀਆਂ ਹੈਗੀਆਂ, ਇਨਸਾਨ ਤਾਂ ਫਿਰ ਘਰ ਬਣਾਊਗਾ। ਤਾਂ ਇੱਕ ਪਸ਼ੂ, ਇੱਕ ਪੰਛੀ ਵੀ ਇੱਕ ਇਹੋ ਜਿਹੀ ਸੁਰੱਖਿਅਤ ਥਾਂ ਉਹ ਚਾਹੁੰਦੇ ਆ ਜਿੱਥੇ ਉਹਦੀ ਫੈਮਿਲੀ ਰਹਿ ਸਕੇ, ਜਿੱਥੇ ਉਹਦਾ ਪਰਿਵਾਰ ਰਹਿ ਸਕੇ, ਜਿੱਥੇ ਉਹ ਆਪਸ ਦੇ ਵਿੱਚ ਚੋਲ ਮੋਲ ਕਰ ਸਕਣ, ਪਿਆਰ ਕਰ ਸਕਣ। ਤੇ ਇਹ ਘਰ ਜਿਹੜਾ ਹੈਗਾ ਨਾ, ਜੇ ਮਤਲਬ ਕਹਿੰਦੇ ਹੁੰਦੇ ਆ ਕਿ ਘਰ ਉਹ ਥਾਂ ਜਿੱਥੇ ਆਪਾਂ ਉਡੀਕ ਕਰਦੇ ਆ
ਹਨਾ ਆਪਾਂ ਆਪਣਿਆਂ ਦੀ ਉਡੀਕ ਕਰਦੇ ਆ, ਉਹ ਕੋਈ ਗਿਆ ਘਰ ਦਾ ਜੀ ਗਿਆ ਹੈ, ਫਿਰ ਆਪਾਂ ਉਸ ਦੇ ਪਰਤਣ ਦਾ ਇੰਤਜ਼ਾਰ ਕਰਦੇ ਆ ਵੀ ਹੁਣ 2 ਦਿਨਾਂ ਨੂੰ ਆਊਗਾ, 3 ਦਿਨਾਂ ਨੂੰ ਆਊਗਾ। ਤੇ ਜਿਹੜੇ ਪੰਛੀ ਨੇ ਉਹ ਤਾਂ ਸਵੇਰੇ ਜਾਂਦੇ ਨੇ, ਸ਼ਾਮਾਂ ਵੇਲੇ ਪਰਤਦੇ ਨੇ, ਤੇ ਉਹ ਬੱਚੇ ਉਹ ਜਦ ਤੱਕ ਉਹ ਆਪਦੇ ਪਰਾਂ ਤੇ ਨਹੀਂ ਹੋ ਜਾਂਦੇ ਉਦੋਂ ਤੱਕ ਉਹ ਆਪਣੇ ਉਹਨਾਂ ਦਾ ਆਪਣੇ ਮਾਪਿਓ ਦਾ ਇੰਤਜ਼ਾਰ ਕਰਦੇ ਨੇ। ਇਦਾਂ ਹੀ ਜਿਹੜੇ ਜਾਨਵਰ ਨੇ, ਕਹਿੰਦੇ ਨੇ ਆਮ ਹੀ ਆਪਾਂ ਦਾ ਅਖਾਣ ਆਪਾਂ ਨੂੰ ਸੁਣਨ ਨੂੰ ਮਿਲਦੀ ਹੈ ਵੀ ਤੁਸੀਂ ਸਫਾਈ ਨਹੀਂ ਕੀਤੀ ਹੋਈ ਹੈਗੀ, ਕੁੱਤਾ ਵੀ ਬੈਠਦਾ ਤਾਂ ਪੂਛ ਮਾਰ ਕੇ ਬੈਠਦਾ ਹੈਗਾ, ਹੈ ਨਾ। ਉਹ ਮਤਲਬ ਜਾਨਵਰ ਵੀ ਹੁਣ ਆਪਾਂ ਦੇਖਦੇ ਆ, ਸੁਣਦੇ ਆ ਕਿ ਉਹਨਾਂ ਦੇ ਘੋਰਨੇ ਬਣੇ ਹੋਏ ਹੁੰਦੇ ਹੈਗੇ ਆ, ਹੈ ਨਾ, ਗੁਫਾਵਾਂ ਬਣੀਆਂ ਹੋਈਆਂ ਹੁੰਦੇ, ਸ਼ੇਰ ਗੁਫਾ ਦੇ ਵਿੱਚ ਰਹਿੰਦਾ ਹੈਗਾ। ਹਾਲਾਂਕਿ ਜੰਗਲ ਦੇ ਵਿੱਚ ਬਹੁਤੇ ਪੰਛੀ ਝੁੰਡਾਂ ਦੇ ਵਿੱਚ ਰਹਿੰਦੇ ਹੈਗੇ ਆ, ਪਰੰਤੂ ਉਹਨਾਂ ਨੇ ਵੀ ਟਿਕਾਣੇ ਆਪਦੇ ਬਣਾਏ ਹੋਏ ਹੁੰਦੇ ਹੈਗੇ ਆ ਜਿੱਥੇ ਉਹ ਆਪਣੇ ਬੱਚਿਆਂ, ਕਿਉਂਕਿ ਕਿਉਂ ਬਣਾਏ ਜਾਂਦੇ ਨੇ, ਬੱਚਿਆਂ ਖਾਤਰ ਬਣਾਏ ਜਾਂਦੇ ਹੈਗੇ ਆ। ਇਹੀ ਭਾਵਨਾ ਇਨਸਾਨ ਦੇ ਅੰਦਰ ਹੈ ਕਿ ਬੱਚਿਆਂ ਨੂੰ ਪਾਲਣ ਪੋਸ਼ਣ, ਉਹਨਾਂ ਨੂੰ ਅੱਛੇ ਗੁਣ ਦੇਣ ਵਾਸਤੇ ਉਹ ਫਿਰ ਪਤੀ ਤੇ ਪਤਨੀ ਦੋਨੋਂ ਘਰ ਦਾ ਨਿਰਮਾਣ ਕਰਦੇ ਨੇ, ਜਿਸ ਦੇ ਵਿੱਚ ਪਤੀ ਆਪਣੀਆਂ ਗੁਣ ਉਹਦੇ ਵਿੱਚ ਪਾਉਂਦਾ ਤੇ ਪਤਨੀ ਆਪਣੀ ਸਹਿਜ ਕਲਾਵਾਂ ਉਸ ਦੇ ਵਿੱਚ ਸਿਰਜਦੀ ਹੈਗੀ ਆ, ਜਿਵੇਂ ਕਿ ਉਸ ਘਰ ਨੂੰ ਸਾਫ਼ ਰੱਖਣਾ, ਸਫਾਈ ਰੱਖਣੀ। ਕਹਿੰਦੇ ਆ ਵੀ ਖਾਸ ਕਰਕੇ ਰਸੋਈ ਘਰ ਬਹੁਤ ਸਹਿਜਤਾ ਦੇ ਨਾਲ ਤਿਆਰ ਕੀਤਾ ਜਾਂਦਾ ਸੀਗਾ, ਜਿਵੇਂ ਹੁਣ ਆਪਣੇ ਦਾਦੀਆਂ ਦੇ ਸਮੇਂ ਦੀ ਆਪਾਂ ਗੱਲ ਲੈ ਲਈਏ। ਮਤਲਬ ਇਹ ਕਲਾਵਾਂ ਜਿਹੜੀਆਂ ਨੇ, ਸਹਿਜ ਦੀਆਂ ਕਲਾਵਾਂ, ਔਰਤ ਜਿਹੜੀ ਹੈਗੀ ਆ ਉਹ ਉਸ ਨੂੰ ਸੋਹਣਾ ਬਣਾਉਣ ਦੇ ਵਿੱਚ, ਤੇ ਸਭ ਤੋਂ ਵੱਡੀ ਗੱਲ ਆ ਕਿ ਉਹ ਉਸ ਘਰ ਦੇ ਵਿੱਚ ਏਕਤਾ ਤੇ ਬਰਕਤ ਵੱਲ ਧਿਆਨ ਦਿੰਦੀ ਹੈ ਕਿ ਮੈਂ ਪਰਿਵਾਰ ਨੂੰ ਜੋੜ ਕੇ ਰੱਖਣਾ ਹੈਗਾ। ਤਾਂ ਇਹ ਸਾਰਾ ਕੁਝ ਅਸੀਂ ਆਪਣੇ ਘਰ ਤੋਂ ਸਿੱਖਦੇ ਹਾਂ, ਆਪਣੇ ਘਰ ਦੇ ਵੱਡ ਵਡੇਰਿਆਂ ਤੋਂ, ਘਰ ਦੇ ਮੁਖੀ ਤੋਂ, ਆਪਾਂ ਆਪਣੀ ਮਾਂ ਤੋਂ, ਆਪਾਂ ਆਪਣੇ ਦਾਦੀ ਤੋਂ। ਉਹ ਚੀਜ਼ਾਂ ਆਪਾਂ ਆਪਣੇ ਵਿਅਕਤੀਤਵ ਦੇ ਵਿੱਚ ਅਸਹਿਜ ਰੂਪ ਦੇ ਵਿੱਚ ਹੀ ਆਪਣੇ ਵਿੱਚ ਉਹ ਆ ਜਾਂਦੀਆਂ ਨੇ, ਤੇ ਫਿਰ ਉਹ ਅਸਹਿਜ ਰੂਪ ਵਿੱਚ ਹੀ ਅਗਲੀ ਪੀੜ੍ਹੀ ਵੱਲ ਨੂੰ ਵੱਧਦੀਆਂ ਰਹਿੰਦੀਆਂ ਨੇ। ਤੇ ਇਹ ਸਾਨੂੰ ਸਭ ਤੋਂ ਵੱਡੀ, ਮਤਲਬ ਮੈਂ ਤਾਂ ਕਹਿੰਦੀ ਹੁੰਦੀ ਹਾਂ, ਘਰ ਦੀ ਦੇਣ ਨੂੰ ਕਿੰਨਾ ਸ਼ਬਦਾਂ ਦੇ ਨਾਲ ਆਪਾਂ ਬਿਆਨ ਕਰੀਏ ਵੀ ਆਪਾਂ ਦੇਣ ਦੇ ਹੀ ਨਹੀਂ ਸਕਦੇ। ਜੋ ਘਰ ਦੀ ਦੇਣ ਆਪਣੇ ਵਿਅਕਤੀਤਵ ਦੇ ਵਿੱਚ ਹੈ, ਆਪਣੇ ਸੁਭਾਵਾਂ ਦੇ ਵਿੱਚ ਹੈ, ਆਪਣੀ ਜੋ ਵੀ ਆਪਾਂ ਕੰਮ ਕਰਦੇ ਹਾਂ ਉਹ ਦਿਖਾਵਾ ਆਪਾਂ ਘਰ ਤੋਂ ਹੀ ਲੈਂਦੇ ਹਾਂ। ਉਹ ਚੀਜ਼, ਉਹ ਪ੍ਰਗਟਾਵਾ ਆਪਾਂ ਨੂੰ ਆਪਣੇ ਘਰ ਤੋਂ ਮਿਲਦਾ ਹੈ ਜੀ। ਹਾਂਜੀ ਅਮਨ, ਹੁਣ ਜਿਵੇਂ ਆਪਾਂ ਘਰ ਦੇ ਪਿਆਰ ਬਾਰੇ, ਹੈ ਨਾ, ਘਰ ਦੇ ਅਹਿਸਾਸ ਬਾਰੇ ਗੱਲ ਕਰਦੇ ਹਾਂ, ਤੇ ਮੈਨੂੰ ਲੱਗਦਾ ਹੁੰਦਾ ਕਿ ਧੀਆਂ ਇਸ ਮਾਮਲੇ 'ਚ ਥੋੜ੍ਹੀਆਂ ਜਿਹੀਆਂ ਬਦਕਿਸਮਤ ਹੈ। ਹੁਣ ਜਿੱਦਾਂ ਕਿਹਾ ਜਾਂਦਾ ਨਾ ਵੀ ਰਾਜੇ ਰਾਣੀਆਂ ਨੇ ਵੀ ਨਹੀਂ ਧੀਆਂ ਰੱਖੀਆਂ, ਪਰ ਇਹ ਗੱਲਾਂ ਕਹਿਣੀਆਂ ਸੌਖੀਆਂ। ਹੁਣ ਆਪਾਂ ਇੱਕ ਧੀਆਂ, ਹੈ ਨਾ, ਜਿੱਥੇ ਜੰਮੇ ਪਲੇ, ਭੈਣ ਭਰਾਵਾਂ ਨਾਲ ਰਿਸ਼ਤੇ ਬਣੇ, ਹੈ ਨਾ, ਮਾਂ ਪਿਓ ਦਾ ਪਿਆਰ ਮਿਲਿਆ, ਹੋਰ ਰਿਸ਼ਤੇ ਮਿਲੇ, ਤੇ ਜਦੋਂ ਤੁਸੀਂ ਇੱਕ ਉਮਰ ਤੋਂ ਬਾਅਦ, ਇੱਕ ਪੜਾਅ ਤੋਂ ਬਾਅਦ ਉਹ ਸਾਰਾ ਕੁਝ ਪਿੱਛੇ ਛੱਡ ਜਾਣਾ। ਤੁਸੀਂ ਸਾਰੇ ਰਿਸ਼ਤੇ, ਕਿਉਂਕਿ ਜਦੋਂ ਆਪਾਂ ਇੱਕ ਘਰ 'ਚ ਰਹਿੰਦੇ ਹਾਂ ਨਾ, ਜਿਹੜੀ ਉਹ ਰਿਸ਼ਤਿਆਂ 'ਚ ਨਿੱਘ ਹੁੰਦਾ ਤੇ ਦੂਰ ਜਾ ਕੇ ਜਿਹੜੀ ਉਹ ਚੀਜ਼ ਕਿਸੇ ਢੰਗ ਨਾਲ ਵੀ ਆਪਾਂ ਉਸ ਚੀਜ਼ ਵਾਪਸ ਨਹੀਂ ਆ ਸਕਦੀਗੀ। ਤੇ ਆਪਾਂ ਜਦੋਂ ਧੀ ਵਿਦਾ ਹੋ ਜਾਂਦੀ ਹੈ ਤਾਂ ਉਹ ਆਮ ਤੌਰ ਤੇ ਜਦੋਂ ਧੀ ਨੂੰ ਪੇਕੇ ਘਰ ਹੁੰਦੀ ਹੈ ਤੇ ਇਹ ਕਹਿੰਦੇ ਨਾ ਵੀ ਇਹ ਤਾਂ ਬਗਾਨੀ ਹੈ, ਇੱਥੇ ਇਹਦਾ ਘਰ, ਇਹ ਪਰਾਇਆ ਘਰ ਹੈ, ਤੇ ਇਹਨੇ ਤਾਂ ਸਹੁਰੇ ਘਰ ਚਲੀ ਜਾਣਾ, ਉੱਥੇ ਹੀ ਇਹਦੇ ਪਤੀ ਦਾ ਘਰ ਹੀ ਇਹਦਾ ਆਪਣਾ ਹੋਊਗਾ, ਜਿੱਥੇ ਇਹਦੇ ਬੱਚੇ ਹੋਣਗੇ ਸਾਰਾ। ਤੇ ਪਰ ਉਹ ਦੁਨੀਆਦਾਰੀ ਹੈ, ਉਹਨਾਂ ਨੇ ਕਹਿਣਾ, ਦੁਨੀਆਦਾਰੀ ਬਣੀ ਹੈ ਵੀ ਧੀਆਂ ਨੇ ਦੂਜੇ ਘਰ ਜਾਣਾ ਹੀ ਜਾਣਾ ਹੈ। ਪਰ ਵੇਖਣ 'ਚ ਇਹ ਚੀਜ਼ ਬੜੀ ਮਤਲਬ ਦਿਲ ਨੂੰ ਦਿਖਾਉਂਦੀ ਹੈ। ਵੇਖੋ ਹੁਣ ਜਿਵੇਂ ਕੁੜੀ ਜਦੋਂ ਦੂਜੇ ਘਰ ਜਾਂਦੀ ਹੈ, ਉਹਦੇ ਲਈ ਤਾਂ ਓਪਰਾ ਘਰ ਹੈ, ਉਹ ਰਿਸ਼ਤੇ ਵੀ ਓਪਰੇ ਨੇ। ਬੇਸ਼ੱਕ ਆਪਾਂ ਕਹਿ ਦਈਏ ਵੀ 4 ਆਨੰਦ ਕਾਰਜ ਹੋਏ ਆ, ਚਲੋ ਵਿਆਹ ਹੋ ਗਿਆ ਸਾਰਾ, ਉਹ ਇੱਕ ਰਸਮਾਂ ਰਿਵਾਜ ਹੈ, ਪਰ ਅੰਦਰੋਂ ਤਾਂ ਅਹਿਸਾਸ ਤਾਂ ਨਹੀਂ ਨਾ ਐਡੀ ਛੇਤੀ ਜੁੜੇ, ਦਿਲ ਵੀ ਨਹੀਂ ਐਡੀ ਛੇਤੀ ਜੁੜੇ। ਉਸ ਜਿਹੜੇ ਆਪਦੇ ਰਿਸ਼ਤੇ ਸੀ ਪਿੱਛੇ ਛੱਡ ਕੇ ਇੱਕਦਮ ਜੇ ਤੁਸੀਂ ਕਹੋ ਵੀ ਉਧਰੋਂ ਤੋੜਤਾ ਤੇ ਇੱਧਰ ਗੰਢ ਲਿਆ, ਇੱਕਦਮ ਨਹੀਂ ਹੁੰਦਾਗਾ। ਪਰ ਜਿਹੜਾ ਨਵਾਂ ਘਰ ਹੈ ਨਾ, ਉੱਥੇ ਵੀ ਉਸ ਨਾਲ ਕਿਤੇ ਨਾ ਕਿਤੇ ਕਿੰਨਾ ਚਿਰ ਇਹੀ ਚੀਜ਼ ਹੁੰਦੀ, ਉਹਨੂੰ ਉਸ ਮਾਹੌਲ ਨੂੰ ਅਪਣਾਉਣ 'ਚ ਟਾਈਮ ਲੱਗਦਾ ਹੈ ਨਾ। ਤੇ ਜਦ ਕਿ ਉਮੀਦ ਇਹ ਕੀਤੀ ਜਾਂਦੀ ਹੈ ਵੀ ਤੂੰ ਹੁਣ ਪਿਛਲਾ ਸਾਰਾ ਭੁੱਲ ਜਾ, ਤੂੰ ਹੁਣ ਇਹ ਨਾ ਸੋਚ ਵੀ ਤੂੰ ਆਪਦੇ ਪੇਕੇ ਬੈਠੀ ਹੈ, ਤੇਰਾ ਸਹੁਰਾ ਘਰ ਹੈ, ਕੁਝ ਵੱਖਰਾ ਕੁਝ ਨਵਾਂ। ਹਰ ਪਰਿਵਾਰ ਦੀ ਵੱਖਰੀ ਇੱਕ ਮਤਲਬ ਰੰਗ ਢੰਗ ਹੁੰਦਾ ਹੈ, ਸਾਨੂੰ ਉਸ ਰੰਗ ਢੰਗ ਨੂੰ ਅਪਣਾਉਣਾ ਪੈਂਦਾ ਹੈ।
ਪਰ ਮੈਨੂੰ ਇੱਕ ਗੱਲ ਅਜੀਬ ਲੱਗਦੀ ਹੈ ਕਿ ਜਦੋਂ ਇੱਕ ਨੂੰਹ ਤੋਂ ਤਾਂ ਉਮੀਦ ਕੀਤੀ ਜਾਂਦੀ ਹੈ ਵੀ ਇਹ ਤੇਰਾ ਅਸਲ ਘਰ ਹੈ ਹਨਾ, ਤੇਰਾ ਉਧਰੋਂ ਕੋਈ ਹੁਣ ਇੰਨਾ ਨਹੀਂ ਜੋੜ ਹੋਊਗਾ, ਪਰ ਜਦੋਂ ਇੱਕ ਜਵਾਈ ਨੂੰ ਇੱਕ ਰਾਤ ਵੀ ਸਹੁਰੇ ਘਰ ਰਹਿਣੀ ਪੈ ਜੇ 6 ਮਹੀਨਿਆਂ ਜਾਂ ਸਾਲ ਬਾਅਦ ਵੀ, ਤਾਂ ਉਹਨੂੰ ਬੜਾ ਔਖਾ ਲੱਗਦਾ। ਕਿਉਂ ਭਾਈ, ਗੱਲ ਤਾਂ ਇੱਕੋ ਹੀ ਹੈ। ਜੇਕਰ ਇੱਕ ਨੂੰਹ ਸਾਰੀ ਉਮਰ ਸਹੁਰਾ ਪਰਿਵਾਰ ਨੂੰ ਆਪਦਾ ਘਰ ਸਮਝ ਕੇ ਨਿਭੇ ਰਵੇ, ਪਰ ਇੱਕ ਜਵਾਈ ਇੱਕ ਰਾਤ ਵਾਸਤੇ ਵੀ ਉਸ ਨੂੰ ਉਹ ਕਿੰਨੀ ਫਾਰਮੈਲਿਟੀ ਹੁੰਦੀ ਹੈ ਭਈ ਅੱਜ ਜਵਾਈ ਭਾਈ ਆਇਆ, ਉਹਦੀ ਸੇਵਾ ਕਰੋ, ਮਤਲਬ ਉਸ ਰਿਸ਼ਤੇ 'ਚ ਇੰਨੀ ਫਾਰਮੈਲਿਟੀ, ਤੇ ਜਵਾਈ ਭਾਈ ਵੀ ਸੁੱਖ ਨਾਲ ਪੂਰੇ ਤਿੰਗੜਦੇ ਆ ਵੀ ਸਾਡੀ ਖਾਤਰਦਾਰੀ ਨਹੀਂ ਹੋਈ, ਮੁਰਗੇ ਸ਼ੁਰਗੇ ਲਾਓ, ਸਾਰਾ ਕੁਝ ਕਰੋ। ਤਾਂ ਕਿਤੇ ਨਾ ਕਿਤੇ ਇਹ ਚੀਜ਼ ਬੜੀ ਅਜੀਬ ਲੱਗਦੀ ਹੈ ਵੀ ਸਾਡੇ ਦੋ ਨਜ਼ਰੀਏ, ਘਰ ਤਾਂ ਉਹਨੂੰ ਵੀ ਛੱਡਣਾ ਪਿਆ, ਉਹਨੂੰ ਹਮੇਸ਼ਾ ਲਈ ਛੱਡਣਾ ਪਿਆ, ਤੇ ਜਿਹੜਾ ਮੁੰਡਾ ਉਹਨੂੰ ਇੱਕ ਰਾਤ ਲਈ ਘਰ ਛੱਡਣਾ, ਯਾਨੀ ਉਹ ਕੰਫਰਟ ਜਿਹੜਾ ਘਰ 'ਚ ਉਹਨੂੰ ਲੱਭਦਾ ਨਹੀਂਗਾ ਸਹੁਰਿਆਂ 'ਚ, ਤੇ ਕੁੜੀ ਤੋਂ ਉਮੀਦ ਕੀਤੀ ਜਾਂਦੀ ਵੀ ਇਹ ਸਾਰਾ ਕੁਝ ਇੱਕ ਪਲ 'ਚ ਹੀ ਭੁੱਲ ਕੇ ਇੱਕ ਦਿਨ ਹੀ ਜਿਵੇਂ ਵਿਦਾ ਹੋਈ ਸਾਰਾ ਕੁਝ ਵਿਸਾਰ ਦੇਵੇ, ਜਦਕਿ ਔਖਾ ਹੈ। ਹਾਂਜੀ, ਇਹ ਸੋਚ ਜਿਹੜੀ ਸਮਾਜ ਦੀ ਹੈ ਇਹ ਤਾਂ ਗਲਤ ਹੈ। ਦੇਖੋ ਆਪਾਂ ਕੋਈ ਬੂਟਾ ਪੱਟ ਕੇ ਨਵੇਂ ਥਾਂ ਤੇ ਵੀ ਲਾਉਂਦੇ ਹੋ, ਕਿਰਾਂ ਘੁੰਮਲਾ ਜਾਂਦਾ ਤੇ ਫਿਰ ਉਹ ਬਾਅਦ ਚੋਂ ਰਿਵਾਈਵ ਕਰਦਾ ਜਦੋਂ ਉਹਦੀਆਂ ਜੜ੍ਹਾਂ ਉਹਦੇ ਵਿੱਚ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਹੈਗੀਆਂ। ਤੇ ਫਿਰ ਇਹ ਤਾਂ ਇਨਸਾਨ ਹੈ, ਉਹ ਇੰਨੇ ਸਾਲ ਜੇ 25 ਸਾਲ ਦੀ ਉਮਰ 'ਚ ਵਿਆਹ ਹੁੰਦਾ ਤਾਂ 25 ਸਾਲ, ਜੇ 30 ਸਾਲ ਦੀ ਉਮਰ 'ਚ ਵਿਆਹ ਹੁੰਦਾ ਤਾਂ 30 ਸਾਲ, 28 ਸਾਲ ਹੈ ਨਾ, 27 28 ਸਾਲ ਦੀ ਉਮਰ 'ਚ ਜਦੋਂ ਤੁਹਾਡਾ ਵਿਆਹ ਹੁੰਦਾ, ਤੁਸੀਂ ਐਜੂਕੇਸ਼ਨ ਪੂਰੀ ਲੈ ਲੈਂਦੇ ਹੋ, ਤਾਂ ਆਫਟਰ ਦੈਟ ਤੁਸੀਂ ਤੁਹਾਡਾ ਮੈਰਿਜ ਹੁੰਦੀ ਆ। ਤਾਂ ਜਿਹੜੇ ਉਹ ਸਮਾਂ ਇੰਨਾ ਬਤਾਇਆ ਹੋਇਆ, ਉਹ ਚੀਜ਼ਾਂ ਜੋ ਤੁਹਾਨੂੰ ਸਿਖਾਈਆਂ ਗਈਆਂ ਵੀ ਇਹ ਗਲਤ ਹੈ, ਇਹ ਠੀਕ ਹੈ, ਤੇ ਜਦੋਂ ਤੁਸੀਂ ਦੂਜੇ ਪਰਿਵਾਰ 'ਚ ਜਾਂਦੇ ਹੋ ਉੱਥੇ ਮਤਲਬ ਸਮਝ ਲਓ ਕਿ ਜਿਹੜੀ ਤੁਸੀਂ ਆਪਣੇ ਘਰ 'ਚ ਸਿੱਖੀ ਗਈ ਗੱਲ ਸੀ ਉੱਥੇ ਉਹ ਗਲਤ ਹੈ। ਹਾਂਜੀ, ਤੇ ਇਹ ਚੀਜ਼ ਦਾ ਜਿਹੜਾ ਪਾੜਾ ਹੈਗਾ ਨਾ, ਇਹ ਘੱਟ ਕਰਨਾ ਚਾਹੀਦਾ ਹੈਗਾ। ਇਹ ਉਹੀ ਗੱਲ ਆ ਗਈ ਸੁਖਦੀਪ ਮੈਮ, ਜਿਵੇਂ ਆਪਾਂ ਘਰ ਦੇ ਪਿਆਰ ਦੇ ਵਿੱਚ ਇਹ ਗੱਲ ਕੀਤੀ ਹੈਗੀ ਹੈ, ਜਿਹੜਾ ਘਰ ਦਾ ਮੁਖੀ ਆ, ਘਰ ਦੀ ਜਿਹੜੀ ਜਿਵੇਂ ਮਾਂ ਤੇ ਪਿਓ ਨੇ, ਉਹਨਾਂ ਦੇ ਵਿੱਚ ਨੈਤਿਕ ਕਦਰਾਂ ਕੀਮਤਾਂ ਜੇ ਉਹ ਸਮਝਣਗੇ ਜਾਂ ਉਹਨਾਂ ਨੂੰ ਆਪਣੇ ਵਿਵਹਾਰਿਕ ਰੂਪ ਦੇ ਵਿੱਚ ਉਹਨਾਂ ਨਾਲ ਵਿਚਰਨਗੇ, ਪ੍ਰੈਕਟੀਕਲੀ ਇੰਪਲੀਮੈਂਟੇਸ਼ਨ ਉਹਨਾਂ ਦੀ ਹੋਊਗੀ, ਤਾਂ ਫਿਰ ਇਹੋ ਜਿਹੀਆਂ ਸਮੱਸਿਆਵਾਂ ਬਹੁਤ ਘੱਟ ਆਉਣਗੀਆਂ। ਇਹ ਸਮੱਸਿਆਵਾਂ ਉਦੋਂ ਹੀ ਪੈਦਾ ਹੁੰਦੀਆਂ ਨੇ ਜਿੱਥੇ ਸਾਨੂੰ ਉਸ ਚੀਜ਼ ਦਾ ਗਿਆਨ ਨਹੀਂ ਹੈ। ਅਸੀਂ ਇਹ ਦੇਖੋ ਆਨੰਦ ਕਾਰਜ ਦੀ ਕਿੰਨੀ ਸੋਹਣੀ ਪਵਿੱਤਰ ਰਸਮ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਮੰਨ ਕੇ ਦੋਨੋਂ ਪਰਿਵਾਰ, ਦੋਨੋਂ ਬੱਚੇ ਉਸ ਦੀ ਹਜ਼ੂਰੀ ਦੇ ਵਿੱਚ ਇਹ ਅਰਦਾਸ, ਉਹਨਾਂ ਤੋਂ ਆਸ਼ੀਰਵਾਦ ਲੈਂਦੇ ਨੇ। ਤਾਂ ਜੇ ਠੀਕ ਹੈ, ਉਹ ਜੰਮੀ ਪਲੀ ਭਲਾਂ ਦੀ ਉਸ ਪਰਿਵਾਰ ਦੇ ਵਿੱਚ ਹੈ, ਆਪਣੇ ਪੇਕੇ ਘਰੇ ਹੈ, ਬਟ ਉੱਥੇ ਜਾ ਕੇ ਉਹਦਾ ਇੱਕ ਨਵਾਂ ਜਨਮ ਹੁੰਦਾ ਹੈਗਾ, ਤਾਂ ਉੱਥੇ ਪਰਿਵਾਰ ਦੇ ਬਾਕੀ ਜੀ, ਖਾਸ ਕਰਕੇ ਜਿਹੜੇ ਮੁਖੀ ਜੀ ਨੇ, ਮਾਂ ਹੈ, ਮਤਲਬ ਕਿ ਸੱਸ ਹੈ, ਸਹੁਰਾ ਹੈ, ਉਹਨਾਂ ਨੂੰ ਉਹ ਉਸ ਬੱਚੀ ਦੇ ਨਾਲ ਖੜੇ ਹੋਣਾ ਚਾਹੀਦਾ ਹੈ, ਉਸ ਨੂੰ ਸਮਝਣਾ ਚਾਹੀਦਾ ਹੈ, ਤੇ ਬਾਕੀ ਦੇ ਪਰਿਵਾਰ ਵਾਲੇ ਫਿਰ ਸਹਿਜ ਰੂਪ ਦੇ ਵਿੱਚ ਹੀ ਸਮਝਣ ਲੱਗ ਜਾਣਗੇ। ਕਿਉਂਕਿ ਜਦੋਂ ਪ੍ਰੋਬਲਮ ਹੀ ਉੱਥੋਂ ਸ਼ੁਰੂ ਹੁੰਦੀ ਹੈ ਸੁਖਦੀਪ, ਜਿੱਥੇ ਜਿਹੜੇ ਘਰ ਦੇ ਮੇਨ ਮੈਂਬਰਸ ਹੁੰਦੇ ਨੇ, ਮੇਨ ਮੁਖੀ ਮੈਂਬਰਸ ਹੁੰਦੇ ਨੇ, ਜਦੋਂ ਉਹਨਾਂ ਦੀ ਸੋਚ ਵਿੱਚ ਇਨਡਿਫਰੈਂਸਿਸ ਹੁੰਦੇ ਨੇ, ਜਾਂ ਆਪਾਂ ਇਹ ਕਹਿ ਲਈਏ ਉਹ ਇੰਪਾਰਸ਼ਲ ਬਿਹੇਵ ਨਹੀਂ ਕਰਦੇ, ਉਹ ਇਹ ਸੋਚਦੇ ਇਹ ਨੂੰਹ ਹੈ, ਆ ਮੇਰੀ ਧੀ ਆ, ਜਾਂ ਨੂੰਹ ਵਾਸਤੇ ਆ, ਪੁੱਤ ਵਾਸਤੇ ਹੈ ਨਾ, ਨਹੀਂ ਬਈ, ਦੋਨਾਂ ਵਾਸਤੇ ਹੈ। ਉਹ ਹੁਣ ਤੁਹਾਡੇ ਪਰਿਵਾਰ ਦਾ ਮੈਂਬਰ ਹੈ। ਤੁਸੀਂ ਇੱਕ ਨਵੇਂ ਮੈਂਬਰ ਨੂੰ, ਜੋ ਹੁਣ ਨਿੱਕਾ ਬੱਚਾ ਜਦੋਂ ਜਨਮ ਲੈਂਦਾ ਹੈ, ਆਪਾਂ ਕਿੰਨੇ ਖੁਸ਼ ਹੁੰਦੇ ਹਾਂ ਕਿ ਉਹ ਸਾਡੇ ਪਰਿਵਾਰ ਦੇ ਵਿੱਚ ਜੀ ਆਇਆ ਹੈਗਾ, ਤੇ ਉਹ ਵੀ ਤਾਂ ਫਿਰ ਜੀ ਆਇਆ ਹੈਗਾ, ਉਹ ਤਾਂ ਵੱਡਾ ਪਲ ਪਲੋਸ ਕੇ ਤੁਹਾਨੂੰ ਦਿੱਤਾ ਗਿਆ ਹੈਗਾ। ਤਾਂ ਇਹ ਸੋਚ ਜਿਹੜੀ ਹੈ ਸਮਾਜ ਨੂੰ ਬਦਲਣੀ ਪਊਗੀ। ਇਹ ਵੀ ਘਰ ਦੇ ਪਿਆਰ ਦੇ ਵਿੱਚ ਇੱਕ ਅਹਿਮ ਚੀਜ਼ ਹੈ। ਤਾਂ ਉਹ ਅੱਗੋਂ ਆਪਣਾ ਕਿਰਦਾਰ, ਜਦੋਂ ਉਹ ਹੁਣ ਤੁਹਾਡੇ ਨਾਲ ਰਹਿ ਕੇ ਵੱਡੀ ਹੋਣਾ, ਉਹਨੇ ਹੋਰ ਵੱਡੀ ਹੋਣਾ ਹੈ, ਉਹਨੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨੂੰ ਸਮਝਣਾ ਹੈ, ਤਾਂ ਉਹਨੇ ਕਿਹਨੂੰ ਫੋਲੋ ਕਰਨਾ? ਆਪਣੀ ਸੱਸ ਨੂੰ ਫੋਲੋ ਕਰਨਾ ਹੈ, ਆਪਣੇ ਸਹੁਰੇ ਨੂੰ ਫੋਲੋ ਕਰਨਾ, ਆਪਣੇ ਹਸਬੈਂਡ ਨੂੰ ਫੋਲੋ ਕਰਨਾ ਹੈਗਾ। ਤਾਂ ਜਦੋਂ ਉਹ ਚੀਜ਼ਾਂ, ਉਹ ਗੁਣ ਔਗਣ ਜੋ ਵੀ ਉਹਨੂੰ ਮਿਲਣਗੇ, ਫਿਰ ਉਹਨੂੰ ਤਾਂ ਇਹ ਲੱਗੂਗਾ ਵੀ ਮੇਰੀ ਸੱਸ ਨੇ ਆਹ ਗੱਲ ਕਹੀ ਆ, ਇਹੀ ਠੀਕ ਹੈ। ਹੁਣ ਇਸ ਚੀਜ਼ ਦਾ ਨਤਾਰਾ ਕੌਣ ਕਰੂਗਾ ਵੀ ਇਹ ਗਲਤ ਹੈ ਤੇ ਇਹ ਸਹੀ ਹੈ? ਤਾਂ ਮੈਂ ਇਹ ਗੱਲ 'ਤੇ ਜ਼ੋਰ ਦੇਵਾਂਗੀ ਕਿ ਉਹ ਤੁਹਾਡੇ ਘਰ ਦਾ ਜਿਹੜਾ ਮੈਂਬਰ ਹੈ, ਤੁਹਾਡੇ ਘਰ ਦਾ ਬੱਚਾ ਹੈ, ਉਹ ਤੁਹਾਡੇ ਘਰ ਦਾ ਇੱਜ਼ਤ ਹੈ, ਉਸ ਨੂੰ ਓਨਾ ਹੀ ਪਿਆਰ ਦਿਓ ਜਿੰਨਾ ਆਪਣੇ ਕੁੱਖ 'ਚੋਂ ਦਿੱਤੇ ਹੋਏ ਬੱਚੇ ਨੂੰ ਤੁਸੀਂ ਪਿਆਰ ਕਰਦੇ ਹੋ, ਜਿੰਨਾ ਚਾਹੇ ਉਹ ਤੁਹਾਡੀ ਧੀ ਹੈ ਤੇ ਚਾਹੇ ਪੁੱਤ ਹੈ। ਜਦੋਂ ਫਰਕ ਖਤਮ ਹੋ ਗਿਆ ਨਾ ਵੀ ਨਹੀਂ, ਅਸੀਂ ਬਗਾਨੇ ਘਰੇ ਕਿਉਂ ਜਾਣਾ, ਆਪਦੇ ਘਰੇ ਜਾਣਾ, ਆਪਦੇ ਘਰ ਤੋਂ ਆਪਦੇ ਘਰੇ ਜਾਣਾ ਹੈ, ਠੀਕ ਹੈ। ਉਹ ਵੀ ਆਪਣਾ ਘਰ ਹੈ, ਇਹ ਵੀ ਆਪਣਾ ਘਰ ਹੈ। ਫਿਰ ਤਾਂ ਨਾ, ਜਿਵੇਂ ਹੁਣ ਤੁਸੀਂ ਇਹ ਗੱਲ ਕਿਹਾ ਸੀ ਵੀ ਕੁੜੀਆਂ ਦੀ ਬਦਕਿਸਮਤੀ ਆ ਵੀ ਉਹਨਾਂ ਨੂੰ ਘਰ ਛੱਡਣਾ ਪੈਂਦਾ, ਨਹੀਂ ਛੱਡਣਾ।
ਛੱਡਣ ਵਾਸਤੇ ਵਿਆਹ ਥੋੜਾ ਕਰਨਾ ਹੈਗਾ। ਅਸੀਂ ਉਸ ਘਰ ਦੀ ਲੜੀ ਨੂੰ ਅੱਗੇ ਇੱਕ ਹੋਰ ਘਰ ਦੇ ਨਾਲ ਉਹਨੂੰ ਲੜੀ 'ਚ ਪਰੋ ਦੇਣਾ ਤੇ ਘਰ ਵੱਡਾ ਕਰ ਦੇਣਾ ਹੈਗਾ। ਮਤਲਬ ਹੁਣ ਮੈਂ ਤੁਹਾਨੂੰ ਆਪਣੀ ਗੱਲ ਸੁਣਾਉਣੀ ਆ। ਜਦੋਂ ਮੇਰੀ ਮੈਰਿਜ ਹੋਈ ਤਾਂ ਮੇਰੇ ਮਦਰ ਵੀ ਰੋਣ, ਮੇਰੇ ਫਾਦਰ ਵੀ, ਮਤਲਬ ਨਾ ਮੇਰਾ ਬ੍ਰਦਰ ਵੀ, ਮੇਰੀ ਸਿਸਟਰ ਵੀ। ਮੈਂ ਕਿਹਾ ਤੁਸੀਂ ਰੋਂਦੇ ਕਿਉਂ, ਮੈਂ ਆ ਜਾਣਾ ਹੈਗਾ, ਮੈਂ ਤਾਂ ਕੱਲ੍ਹ ਹੀ ਆ ਜਾਣਾ ਹੈਗਾ। ਤੇ ਮੈਨੂੰ ਇਹ ਮਹਿਸੂਸ ਹੁੰਦਾ ਸੀ ਵੀ ਮਤਲਬ ਕਿ ਸਾਡਾ ਪਰਿਵਾਰ ਹੁਣ ਵੱਡਾ ਹੋ ਗਿਆ ਹੈਗਾ। ਅਸੀਂ ਮੇਰਾ ਪਹਿਲਾਂ ਇਹ ਸਿੰਗਲ, ਜਦੋਂ ਮੈਂ ਆਪਣੇ ਸਹੁਰੇ ਪਰਿਵਾਰ ਗਈ ਤਾਂ ਮੈਨੂੰ ਇੰਨੀ ਖੁਸ਼ੀ ਹੋਈ, ਖਾਸ ਕਰਕੇ ਮੇਰੇ ਮਦਰ ਇਨ ਲਾਅ ਨਾਲ। ਮਤਲਬ ਅਸੀਂ ਚਲੇ, ਚਾਹੇ ਕਹਿੰਦੇ ਹੁੰਦੇ ਨਾ ਕਿ ਵਿਚਾਰਾਂ ਦਾ ਮਤਭੇਦ ਕਿਤੇ ਵੀ ਹੋ ਸਕਦਾ ਹੁੰਦਾ ਹੈਗਾ, ਪਰੰਤੂ ਫਿਰ ਵੀ ਮੈਂ ਮਤਲਬ ਬਹੁਤ ਕੁਝ ਉਹਨਾਂ ਤੋਂ ਸਿੱਖਿਆ। ਬਟ ਕਿ ਮੈਨੂੰ ਇਹ ਲੱਗਦਾ ਹੁੰਦਾ ਹੈਗਾ ਉਹ ਮੈਂ ਉਹਨਾਂ ਦੀ ਸਪੋਰਟ ਨਾਲ ਬਹੁਤ ਕੁਝ ਕੀਤਾ। ਮੈਂ ਜੇ ਨੌਕਰੀ ਕੀਤੀ ਤਾਂ ਉਹਨਾਂ ਦੀ ਸਪੋਰਟ ਨਾਲ ਕੀਤੀ। ਉਹਨਾਂ ਨੇ ਬੱਚਿਆਂ ਨੂੰ ਸਾਂਭਿਆ, ਘਰ ਨੂੰ ਸਾਂਭਿਆ, ਤੇ ਮੈਨੂੰ ਸਮਾਂ ਮਿਲਿਆ ਬਾਹਰ ਜਾਣ ਦਾ। ਮਤਲਬ ਜੇ ਉਹ ਨਾ ਸਪੋਰਟ ਕਰਦੇ ਮੇਰੀ ਤਾਂ ਮੈਂ ਕਿੱਥੋਂ ਜਾ ਸਕਣਾ ਸੀ ਘਰ ਤੋਂ ਬਾਹਰ। ਤੇ ਮੈਂ ਕਹਿੰਦੀ ਹਾਂ ਉਹੀ ਗੱਲ ਹੈ ਕਿ ਜਦੋਂ ਇਹ ਪਰਿਵਾਰ ਦੇ ਵਿੱਚ ਵੱਡ ਵਡੇਰੇ ਇਹ ਗੱਲ ਸਮਝਦੇ ਨੇ, ਤੁਹਾਨੂੰ ਇਹ ਸਮਝ ਲੈਂਦੇ ਨੇ ਕਿ ਇਹ ਆਹ ਕਰਨਾ ਚਾਹੁੰਦੇ ਆ ਬੱਚੇ, ਇਹ ਕਰਨਾ, ਇਹਨਾਂ ਨੂੰ ਕਰ ਲੈਣ, ਇਹ ਉਹਦੇ ਵਾਸਤੇ ਉਹਨਾਂ ਨੂੰ ਹੌਸਲਾ ਦੇਣ, ਉਹਨਾਂ ਨੂੰ ਸ਼ਾਬਾਸ਼ੀ ਦੇਣ, ਉਹਨਾਂ ਦਾ ਪ੍ਰੋਤਸਾਹਨ ਕਰਨ, ਤੇ ਇਹ ਫਿਰ ਪਰਿਵਾਰ ਧੜਕਦੇ ਨਹੀਂ ਹੈਗੇ। ਫਿਰ ਸਾਡੇ ਪਰਿਵਾਰ ਵੱਡੇ ਹੋ ਜਾਂਦੇ ਹੈਗੇ। ਇੱਕ ਪਰਿਵਾਰ ਦੂਸਰੇ ਪਰਿਵਾਰ ਦੇ ਨਾਲ ਜਾ ਕੇ ਜਦੋਂ ਜੁੜਦਾ ਹੈਗਾ ਤਾਂ ਇਕੱਲੀ ਰਿਸ਼ਤੇਦਾਰੀ ਨਹੀਂ ਬਣਦੀ, ਉੱਥੇ ਸਾਡਾ ਪਰਿਵਾਰ ਫਿਰ ਵੱਡਾ ਵੀ ਹੋ ਜਾਂਦਾ ਹੈ। ਦੇਖੋ ਸਾਨੂੰ ਫਿਰ ਪਹਿਲਾਂ ਸਾਡੇ ਕੋਲੇ ਭੈਣ ਤੇ ਭਰਾ ਦਾ ਰਿਸ਼ਤਾ ਹੁੰਦਾ, ਫਿਰ ਸਾਡੇ ਕੋਲੇ ਦਿਓਰ ਨਨਾਨਾ ਦੇ ਰਿਸ਼ਤੇ ਆ ਜਾਂਦੇ ਨੇ, ਫਿਰ ਅਸੀਂ ਭਾਬੀ ਬਣ ਕੇ ਇੱਕ ਰਿਸ਼ਤਾ ਨਿਭਾਉਣੇ ਹੈਗੇ ਆ, ਹੈ ਨਾ, ਘਰ ਦੀ ਨੂੰਹ ਬਣ ਕੇ ਰਿਸ਼ਤਾ ਅਸੀਂ ਨਿਭਾਉਂਦੇ ਹਾਂ। ਤਾਂ ਜੋ ਅਸੀਂ ਆਪਣੇ ਪੇਰੈਂਟਸ ਤੋਂ ਉਸ ਘਰ 'ਚੋਂ ਲਿਆ ਵਿਆ ਹੁੰਦਾ ਹੈਗਾ, ਉਹ ਸਾਡਾ ਹੋਰ ਅੱਗੇ ਸਾਡੇ ਜਿਵੇਂ ਹੁਣ ਕਹਿੰਦੇ ਨਾ ਆਪਾਂ ਕੋਈ ਨਵੀਂ ਡਿਗਰੀ ਕਰ ਲਓ ਜਾਂ ਆਪਣਾ ਕੋਈ ਡਿਪਲੋਮਾ ਕਰ ਲਓ ਤਾਂ ਸਾਡਾ ਪ੍ਰੋਫਾਈਲ ਦਾ ਵੇਟੇਜ ਵੱਡਾ ਹੋ ਜਾਂਦਾ ਹੈਗਾ। ਸਿਮਿਲਰਲੀ ਜੋ ਤੁਸੀਂ ਆਪਣੇ ਪੇਰੈਂਟਸ ਤੋਂ ਸਿੱਖਿਆ ਤੇ ਫਿਰ ਤੁਸੀਂ ਜੋ ਇਨ-ਲॉज ਦੀ ਫੈਮਿਲੀ 'ਚ ਆ ਕੇ ਸਿੱਖਦੇ ਹੋ ਤਾਂ ਫਿਰ ਤੁਹਾਡਾ ਜਿਹੜਾ ਵਿਅਕਤੀਤਵ ਹੈ ਹੋਰ ਵੀ ਜ਼ਿਆਦਾ ਵਧੀਆ ਬਣਦਾ ਹੈਗਾ। ਹੋਰ ਵੀ ਉਸ ਦੇ ਵਿੱਚ ਮੈਂ ਕਹਿੰਦੀ ਹਾਂ ਉਹਦੇ ਵਿੱਚ ਮੈਂ ਅਲੰਕਾਰ ਨਹੀਂ ਮੈਨੂੰ ਲੱਭ ਰਿਹਾ ਹੈਗਾ ਵੀ ਉਹ ਉਹਦੇ ਵਿੱਚ ਜੁੜ ਜਾਂਦੇ, ਉਹਦੇ ਵਿਅਕਤੀਤਵ ਦੇ ਵਿੱਚ ਹੋਰ ਵੀ ਚੰਦ ਤਾਰੇ ਜਿਹੜੇ ਨੇ, ਫੁੱਲ ਨੇ, ਉਹ ਚਮਕਣ ਲੱਗ ਜਾਂਦੇ ਨੇ। ਕਿਉਂਕਿ ਦੋਨੋਂ ਪਰਿਵਾਰਾਂ ਦੇ ਸੰਸਕਾਰ ਵੱਖਰੇ ਵੱਖਰੇ ਨੇ, ਦੋਨੋਂ ਪਰਿਵਾਰਾਂ ਦਾ ਬ੍ਰੌਟਅਪ ਵੱਖਰਾ ਵੱਖਰਾ ਹੈਗਾ, ਪਰ ਫਿਰ ਕੁਛ ਗੁਣ ਜਿਹੜੇ ਸਾਡੇ ਹੈਗੇ ਦੋਹਾਂ ਪਰਿਵਾਰਾਂ ਦੇ ਗੁਣਾਂ ਨੂੰ ਲਓ ਤਾਂ ਫਿਰ ਇੱਕ ਬਹੁਤ ਸੋਹਣਾ ਸੁਮੇਲ ਤਿਆਰ ਹੋ ਸਕਦਾ ਹੈ। ਫਿਰ ਮੈਂ ਤਾਂ ਇਸ ਚੀਜ਼ ਨੂੰ ਖੁਸ਼ਕਿਸਮਤੀ ਕਹਾਂਗੀ ਕਿ ਸਾਨੂੰ ਅੱਗੇ ਵੱਧ ਕੇ, ਤੇ ਸਾਨੂੰ ਜਿੱਥੇ ਪਹਿਲਾਂ ਸਾਡੇ ਇਕੱਲੇ ਇੱਕ ਮੰਮਾ ਪਾਪਾ ਸੀ, ਹੁਣ ਸਾਡੇ ਕੋਲੇ 2 ਮੰਮਾ 2 ਪਾਪਾ ਨੇ, ਸਾਡੇ ਕੋਲੇ ਹੁਣ ਸਾਡਾ ਜਿਹੜਾ ਹੈਗਾ ਨੈਟਵਰਕ ਹੈਗਾ ਹੋਰ ਵੀ ਜ਼ਿਆਦਾ ਬਿਲਡਅਪ ਹੋਇਆ ਹੈਗਾ। ਇਹ ਸੋਚ ਜਿਹੜੀ ਹੈਗੀ ਆ ਸਾਨੂੰ ਵਾਈਡ ਕਰਨੀ ਪਊਗੀ, ਸਾਨੂੰ ਸੌੜੀ ਨਹੀਂ ਕਰਨੀ ਪਊਗੀ ਦੋਨਾਂ ਧਿਰਾਂ ਨੂੰ, ਲੜਕੀ ਵਾਲੇ ਪਾਸਿਓਂ ਵੀ ਤੇ ਲੜਕੇ ਵਾਲੇ ਪਾਸਿਓਂ ਵੀ। ਲੜਕੀ ਵਾਲੇ ਵੀ ਬਹੁਤੀ ਇੰਟਰਫੇਰੈਂਸ ਨਾ ਕਰਨ, ਬੱਚੇ ਨੂੰ ਰਮਨ ਦੇਣ, ਉਹਦੇ ਵਿੱਚ ਉਹਨੂੰ ਉਸ ਮਾਹੌਲ ਦੇ ਵਿੱਚ ਉਹਨੂੰ ਸਿਰਜਣ ਦੇਣ, ਆਪਣੇ ਆਪ ਉਹ ਡਿਸੀਜ਼ਨ ਲਵੇ। ਠੀਕ ਹੈ, ਹੌਲੀ ਹੌਲੀ ਜਦੋਂ ਤੁਹਾਡੇ ਇਹ ਰਿਸ਼ਤੇ ਪੱਕੇ ਹੋਣੇ ਸ਼ੁਰੂ ਹੋਣਗੇ ਤਾਂ ਫਿਰ ਉਹ ਬਹੁਤ ਖੂਬਸੂਰਤ ਪਰਿਵਾਰ ਲੱਗਦੇ ਨੇ, ਹੈ ਨਾ। ਜਦੋਂ ਅਸੀਂ ਕਿਸੇ ਗੈਦਰਿੰਗ 'ਚ ਬੈਠੇ ਹੁੰਦੇ ਹੈਗੇ ਹਾਂ ਤਾਂ ਲੜਕੀ ਦੇ ਪੇਰੈਂਟਸ ਤੇ ਲੜਕੀ ਦੇ ਇਨ-ਲॉज ਇਕੱਠੇ ਇੱਕੋ ਟੇਬਲ 'ਤੇ ਬੈਠੇ ਹੁੰਦੇ ਹੈਗੇ, ਤਾਂ ਮਤਲਬ ਉਹ ਹੁਣ ਕਾਫੀ ਸਮਾਂ ਵੈਸੇ ਬਦਲ ਰਿਹਾ ਹੈਗਾ, ਪਰੰਤੂ ਹਾਲੇ ਹੋਰ ਵੀ ਜ਼ਰੂਰਤ ਹੈ ਸਾਡੇ ਸਮਾਜ ਨੂੰ ਇਸ ਗੱਲ ਦੇ ਉੱਤੇ ਵਿਚਾਰ ਕਰਨ ਦੀ ਕਿ ਬਹੁਤ ਖੂਬਸੂਰਤ ਦੇ ਨਾਲ ਰਿਸ਼ਤੇ ਜਿਹੜੇ ਹੈਗੇ ਆ ਨਿਭ ਸਕਦੇ ਨੇ, ਬੜੇ ਵਧੀਆ ਤਰੀਕੇ ਦੇ ਨਾਲ ਰਿਸ਼ਤਿਆਂ ਦੀ ਉਸਾਰੀ ਹੋ ਸਕਦੀ ਹੈ, ਪਰੰਤੂ ਸ਼ੁਰੂਆਤ ਜਿਹੜੀ ਹੈਗੀ ਆ ਉਹ ਸਾਡੇ ਪਰਿਵਾਰ ਦੇ ਮੁਖੀਆਂ ਤੋਂ ਹੋਣੀ ਹੈ। ਜੀ ਅਮਨ, ਹੁਣ ਜਿਵੇਂ ਕਿ ਰਿਸ਼ਤਿਆਂ ਦੀ ਅਹਿਮੀਅਤ ਹੈ, ਪਰ ਕਿਤੇ ਨਾ ਕਿਤੇ ਰਿਸ਼ਤਿਆਂ 'ਚ ਜੇ ਪਿਆਰ ਹੈ ਤਾਂ ਉਹ ਪਿਆਰ ਘਰ ਦੀ ਨਹੀਂ ਹੈ ਤਾਂ ਉਦੋਂ ਹੀ ਘਰ ਹੈਗਾ। ਹੁਣ ਤੁਸੀਂ ਚਲੋ ਪੇਕੇ ਸਹੁਰੇ ਹੈ ਨਾ, ਦੋਵਾਂ ਦੇ ਪਿਆਰ ਦੀ ਗੱਲ ਕੀਤੀ, ਚਲੋ ਦੋਵੇਂ ਪੇਕਾ ਪਰਿਵਾਰ ਵੀ ਆਪਦਾ, ਸਹੁਰਾ ਪਰਿਵਾਰ ਵੀ ਆਪਦਾ, ਪਰ ਦੋਨਾਂ 'ਚ ਬੇਸ ਕੀ ਹੈ, ਦੋਨਾਂ ਦੀ ਨੀਚ ਕੀ ਹੈ? ਪਿਆਰ ਤੇ ਸੰਸਕਾਰ ਜਿਹੜਾ ਕਿ ਸਾਨੂੰ ਘਰ ਦਿੰਦਾ ਹੈ ਨਾ। ਤੇ ਮੈਨੂੰ ਨਾ ਇੱਕ ਫਿਲਮ ਸ਼ਾਇਦ ਤੁਸੀਂ ਵੀ ਵੇਖੀ ਹੋਗੇ, ਆਪਣੇ ਟਾਈਮ ਦੀ ਹੈ, ਅੰਮ੍ਰਿਤਾ ਪ੍ਰੀਤਮ ਦੇ ਨਾਵਲ ਤੇ ਪਿੰਜਰ ਫਿਲਮ ਬਣੀ ਸੀ, ਤੇ ਉਸ ਫਿਲਮ 'ਚ ਮੈਨੂੰ ਮਤਲਬ ਬੜੀ ਦਿਲ ਨੂੰ ਤੁਹਾਨੂੰ ਟੱਚ ਕਰਦੀ ਹੈ, ਤੁਹਾਨੂੰ ਝੰਜੋੜਦੀ ਹੈ ਕਿ ਕਿਵੇਂ ਉਰਮਿਲਾ ਜਿਹੜੀ ਹੀਰੋਇਨ ਹੁੰਦੀ ਹੈ ਫਿਲਮ ਦੀ, ਉਹ ਪਹਿਲਾਂ ਉਹਨੂੰ ਉਧਾਲ ਕੇ ਲੈ ਜਾਂਦਾ ਹੈ ਨਾ ਮਨੋਜ ਵਾਜਪਾਈ, ਫਿਰ ਉਹ ਆਪਦੇ ਉਸ ਪਰਿਵਾਰ ਤੋਂ ਕੱਟ ਹੋ ਜਾਂਦਾ ਉਹਦਾ ਰਿਸ਼ਤਾ, ਫਿਰ 47 ਦੀ ਵੰਡ ਹੋ ਜਾਂਦੀ ਹੈ, ਫਿਰ ਉਹ ਪਾਕਿਸਤਾਨ ਰਹਿ ਜਾਂਦੀ ਹੈ, ਪੇਕਾ ਪਰਿਵਾਰ ਇੱਧਰ ਆ ਜਾਂਦਾ ਉੱਜੜ ਕੇ। ਉਸ ਤੋਂ ਬਾਅਦ ਜਦੋਂ ਫਿਲਮ ਦੇ ਅੰਤ 'ਚ
ਜਿਹੜਾ ਮਤਲਬ ਦੂਜਾ ਉਹਦਾ ਮੰਗੇਤਰ ਹੁੰਦਾ ਉਹ ਚਾਹੁੰਦਾ ਹੁੰਦਾ ਕਿ ਤੇ ਉਹਦਾ ਭਰਾ ਚਾਹੁੰਦੇ ਹੁੰਦੇ ਵੀ ਇਹ ਹੁਣ ਉਹਨੂੰ ਮਨੋਜ ਵਾਜਪਾਈ ਨੂੰ ਉੱਥੇ ਛੱਡ ਆਵੇ ਤੇ ਹੁਣ ਵਾਪਸ ਆਪਦੇ ਪੇਕੇ ਘਰ ਆ ਜੇ। ਤਾਂ ਉਦੋਂ ਜਿਹੜਾ ਉਹ ਸੁਨੇਹਾ ਦਿੰਦੀ ਹੈ ਵੀ ਜਿੱਥੇ ਹੁਣ, ਕਿਉਂਕਿ ਹੁਣ ਉਹਦਾ ਰਿਸ਼ਤਾ 2-3 ਸਾਲਾਂ ਤੋਂ ਉਧਰ ਵੱਜ ਚੁੱਕਾ ਹੁੰਦਾ, ਉਹਦਾ ਪਰਿਵਾਰ, ਉਹਦਾ ਘਰ ਉਹ ਹੋ ਚੁੱਕਾ ਹੁੰਦਾ ਹੈ ਨਾ। ਜਿਹੜੀਆਂ ਮੋਹ ਦੀਆਂ ਤੰਦਾਂ ਠੀਕ ਹੁੰਦੀਆਂ ਪਹਿਲਾਂ ਉਹ ਚਾਹੁੰਦੀ ਹੁੰਦੀ ਕਿਤੇ ਨਾ ਕਿਤੇ ਵਾਪਸ ਆਉਣਾ, ਕਈ ਸਾਲ ਕੋਸ਼ਿਸ਼ ਕਰਦੀ ਹੈ, ਪਰ ਫਿਰ ਉਹਨੂੰ ਲੱਗਦਾ ਨਹੀਂ ਹੁਣ ਮੇਰਾ ਇਹੀ ਘਰ ਹੈ, ਮੇਰਾ ਇਹੀ ਪਰਿਵਾਰ ਹੈ। ਤੇ ਉਹ ਆਪਦੇ ਭਰਾ ਨੂੰ ਜੇ ਇਹੀ ਸੁਨੇਹਾ ਦਿੰਦੀ ਹੈ ਕਿ ਹੁਣ ਤੁਸੀਂ ਜਾਓ, ਕਿਉਂਕਿ ਹੁਣ ਮੇਰੇ ਲਈ ਤਾਂ ਇਹੀ ਸਭ ਕੁਝ ਹੈ, ਇਹੀ ਘਰ ਹੈ, ਇਹੀ ਮੇਰਾ ਸਾਰਾ ਜ਼ਿੰਦਗੀ ਦਾ ਅਗਲਾ ਆਧਾਰ ਹੈ। ਨੈਚੁਰਲੀ ਸੁਖਦੀਪ ਜਦੋਂ ਕੁੜੀ ਦਾ ਵਿਆਹ ਹੋ ਜਾਂਦਾ ਫਿਰ ਉਹਦਾ ਪਿਆਰ ਉਸ ਘਰ 'ਚ ਪੈਂਦਾ ਹੈ ਨਾ, ਫਿਰ ਉਹਦੇ ਬੱਚੇ ਹੋ ਜਾਂਦੇ ਹੈਗੇ, ਫਿਰ ਉਹਦਾ ਹਸਬੈਂਡ ਹੁੰਦਾ ਹੈਗਾ, ਤਾਂ ਉਹ ਇਹ ਨਹੀਂ ਹੈ ਕਿ ਉਹਦਾ ਪੇਕਿਆਂ ਨਾਲੋਂ ਖਿੱਚ ਮੁੱਕ ਜਾਂਦੀ ਹੈਗੀ ਹੈ, ਪਰੰਤੂ ਉੱਥੇ ਵੀ ਤੁਸੀਂ ਦੇਖੋ ਭਰਾਵਾਂ ਦੇ ਵਿਆਹ ਹੋ ਜਾਂਦੇ ਨੇ, ਭਰਜਾਈਆਂ ਆ ਜਾਂਦੀਆਂ, ਉਹਨਾਂ ਦੀਆਂ ਫੈਮਿਲੀਜ਼ ਹੋ ਜਾਂਦੀਆਂ ਹੈਗੀਆਂ। ਫਿਰ ਜੇ ਹੁਣ ਆਪਾਂ ਜ਼ਰੂਰਤ ਨਾਲੋਂ ਜ਼ਿਆਦਾ ਉੱਥੇ ਜਾ ਕੇ ਆਪਣਾਪਨ ਦਿਖਾਵਾਂਗੇ ਫਿਰ ਆਪਾਂ ਨੂੰ ਵੀ ਤੁਹਾਨੂੰ ਪਤਾ ਹੀ ਹੈ ਨਾ ਵੀ ਮਤਲਬ ਉਹ ਚੀਜ਼ ਕਹਿੰਦੇ ਹੁਣ ਹਰੇਕ ਚੀਜ਼ ਦਾ ਆਪਣਾ ਸਮਾਂ ਹੁੰਦਾ ਹੈ, ਉਸਦਾ ਆਪਣਾ ਸਵਾਦ ਹੁੰਦਾ ਹੈ। ਤਾਂ ਫਿਰ ਤੁਹਾਨੂੰ ਜਦੋਂ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਰੰਭ ਜਾਂਦੇ ਹੋ, ਖੁੱਭ ਜਾਂਦੇ ਹੈਗੇ ਹੋ, ਤਾਂ ਫਿਰ ਤੁਸੀਂ ਉੱਥੇ ਉਹੀ ਗੱਲ ਆ ਗਈ, ਫਿਰ ਘਰ ਦਾ ਪਿਆਰ, ਉਹ ਚੀਜ਼ਾਂ ਤੁਹਾਨੂੰ ਉੱਥੇ, ਕਿਉਂਕਿ ਤੁਹਾਡੀਆਂ ਜੜ੍ਹਾਂ ਹੁਣ ਉਹ ਦੁਬਾਰਾ ਉਹ ਬੂਟਾ ਉੱਥੋਂ ਪੱਟ ਕੇ ਦੁਬਾਰਾ ਨਵਾਂ ਹਰਿਆ ਹੋ ਗਿਆ, ਤੇ ਫਿਰ ਉਹ ਤੁਹਾਨੂੰ ਘਰ ਜਿਹੜਾ ਹੈਗਾ ਕਿਤੇ ਵੀ ਮਨ ਨਹੀਂ ਕਰਦਾ ਕਿਤੇ ਹੋਰ ਜਾਇਆ ਜਾਵੇ। ਬਸ ਫਿਰ ਉੱਥੇ ਹੁੰਦਾ ਵੀ ਇਸ ਪਰਿਵਾਰ ਦੀ ਖੁਸ਼ਹਾਲੀ, ਤਰੱਕੀ ਤੇ ਇਸ ਦਾ ਵੱਧ ਤੋਂ ਵੱਧ ਪਿਆਰ ਦਾ ਲੁਤਫ ਲਿਆ ਜਾਵੇ। ਹੁਣ ਜਿਵੇਂ ਆਪਾਂ ਨੌਕਰੀ ਪੇਸ਼ਾ ਤੇ ਜਦੋਂ ਛੁੱਟੀ ਦੇ ਟਾਈਮ ਵਾਪਸ ਹਨਾ ਜਾਈਦਾ ਘਰ, ਤੇ ਕਿਤੇ ਨਾ ਕਿਤੇ ਇੱਕ ਤਾਂਘ ਜੀ ਹੁੰਦੀ ਹੈ ਵੀ ਛੇਤੀ ਛੇਤੀ ਘਰ ਆਵੇ, ਬੱਚੇ ਢਿੱਕੀ ਜਾਂਦੇ ਹੋਣਗੇ, ਘਰ ਪਹੁੰਚੀਏ। ਤੇ ਜਿਵੇਂ ਕਈ ਵਾਰੀ ਦੂਰ ਜਾਂਦਾ, ਜਿਵੇਂ ਮੈਂ ਚੰਡੀਗੜ੍ਹ ਯੂਨੀਵਰਸਿਟੀ ਜਾਈਦਾ, ਤੇ ਉਦੋਂ ਹੁੰਦਾ ਵੀ ਵਾਪਸੀ ਲੇਟ ਹੁੰਦੀ ਹੈ। ਫਿਰ ਜਦੋਂ ਬੱਚੇ ਛੋਟੇ ਸੀ ਇਹ ਸੀ ਕਿਤੇ ਹਾਏ ਆਉਂਦਿਆਂ ਨੂੰ ਸੌਂ ਜਾਣਗੇ, ਮੈਂ ਕਿਉਂਕਿ ਸੁਬਾਹ ਵੀ ਸੁੱਤਿਆਂ ਨੂੰ ਛੱਡ ਕੇ ਜਾਣਾ, ਸ਼ਾਮ ਨੂੰ ਵੀ, ਪਰ ਕਿਤੇ ਨਾ ਕਿਤੇ ਬੱਸ ਦਾ ਜਿਹੜਾ 5 ਘੰਟੇ ਦਾ ਸਫ਼ਰ ਨਾ ਇੰਤਜ਼ਾਰ ਦੀ ਜੀ ਮਿੱਠਾ ਮਿੱਠਾ ਲੰਘ ਜਾਂਦਾ ਵੀ ਜਾ ਕੇ। ਫਿਰ ਬੱਚੇ ਨੂੰ ਨਾ ਜਦੋਂ ਐ ਜਾਈਦਾ ਉਮੀਦ ਹੁੰਦੀ ਹੈ ਵੀ ਮੰਮਾ ਘਰ ਆਉਣਗੇ, ਕੁਛ ਲੈ ਕੇ ਆਉਣਗੇ, ਤੇ ਉਹ ਜੇ ਤਾਂ ਅੱਬਲ ਤਾਂ ਉਹ ਸੌਂਦੇ ਨਹੀਂ ਸੀ, ਹਮੇਸ਼ਾ ਜਾਗਦੇ ਹੁੰਦੇ। ਤੇ ਫਿਰ ਮੈਂ ਉਦੋਂ ਸਾਰੇ ਹੀ ਸੋਚਦੇ ਹਾਏ ਵੇਖੀ ਜਿਵੇਂ ਪੰਛੀਆਂ ਨੂੰ ਚਾਅ ਹੈ ਨਾ, ਤੇ ਮੈਨੂੰ ਵੀ ਉਵੇਂ ਚਾਅ ਹੈ, ਤੇ ਮੇਰੇ ਖੰਭ ਹੋਣ ਤੇ ਮੈਂ ਉੱਡ ਕੇ ਆਪਦੇ ਬੱਚਿਆਂ ਤੋਂ ਹਾਂ। ਦੇਖੋ ਹੁਣ ਉਸ ਟਾਈਮ ਤੁਸੀਂ ਵੀ ਆਪਣੇ ਬੱਚਿਆਂ ਬਾਰੇ ਸੋਚਿਆ ਹੈ ਨਾ, ਤੁਸੀਂ ਇਹ ਨਹੀਂ ਸੋਚਿਆ ਵੀ ਮੇਰੀ ਮੰਮਾ ਇੰਤਜ਼ਾਰ ਕਰ ਰਹੀ ਸੀ ਜਾਂ ਮੇਰਾ ਭਰਾ ਕਰ ਰਿਹਾ ਸੀ ਨਾ। ਤਾਂ ਉਸ ਟਾਈਮ ਐਟ ਪ੍ਰੈਜ਼ੈਂਟ ਕੀ ਹੈ ਕਿ ਤੁਹਾਨੂੰ ਪਤਾ ਹੈ ਵੀ ਮੇਰਾ ਉਹ ਘਰ ਹੈ ਤੇ ਮੇਰੇ ਬੱਚੇ ਮੇਰੀ ਉਡੀਕ ਕਰ ਰਹੇ, ਕਿਉਂਕਿ ਉਸ ਟਾਈਮ ਤਾਂ ਹੁਣ ਉਹਨਾਂ ਬੱਚਿਆਂ ਵਾਸਤੇ ਤਾਂ ਤੁਹਾਡੀ ਮਾਂ ਜਿਹੜੀ ਹੈਗੀ ਉਹ ਜ਼ਿਆਦਾ ਇੰਪੋਰਟੈਂਟ ਹੈਗੀ ਹੈ। ਇਹੀ ਘਰ ਦਾ ਪਿਆਰ ਹੈ, ਇਹੀ ਨਿੱਘ ਹੈ ਘਰ ਦਾ, ਜਿੱਥੇ ਆਪਾਂ ਰਹਿੰਦੇ ਹਾਂ। ਜਦੋਂ ਆਪਾਂ ਉਸ ਟਾਈਮ ਵਿਆਹ ਤੋਂ ਪਹਿਲਾਂ ਵਾਲਾ ਸਮਾਂ ਸੀ, ਉੱਥੇ ਆਪਾਂ ਉਹਦੇ ਬਿਨਾਂ ਤਸੱਵਰ ਵੀ ਨਹੀਂ ਕਰ ਸਕਦੇ ਸੀਗੇ ਹਨਾ। ਹੁਣ ਆਪਾਂ ਨੂੰ ਉਹਨਾਂ ਨੇ ਆਪਾਂ ਨੂੰ ਬਣਾ ਕੇ ਦਿੱਤੇ ਨੇ ਘਰ ਹਨਾ, ਉਹਨਾਂ ਨੇ ਆਪਾਂ ਨੂੰ ਦਿੱਤਾ ਇਹ ਸਾਰਾ ਕੁਝ, ਤੇ ਹੁਣ ਆਪਣੀਆਂ ਜੜ੍ਹਾਂ ਇੱਥੇ ਵੱਧ ਫੁੱਲ ਰਹੀਆਂ ਹੈਗੀਆਂ ਨੇ। ਤਾਂ ਮਤਲਬ ਮੈਂ ਤਾਂ ਇਹਨੂੰ ਕਨਕਲੂਡ ਇਹੀ ਕਰ ਸਕਦੀ ਹੈਗੀ ਆ ਕਿ ਘਰ ਸਾਨੂੰ, ਖਾਸ ਕਰਕੇ ਔਰਤ ਨੂੰ, ਉਹਦੇ ਪੇਕਿਆਂ ਤੋਂ ਤੇ ਉਹਦੇ ਸਹੁਰਿਆਂ ਤੋਂ, ਮਤਲਬ ਉਹ ਵੀ ਉਹਦੇ ਲਈ ਘਰ ਹੁੰਦਾ ਤੇ ਉਹ ਵੀ ਉਹਦੇ ਲਈ ਘਰ ਹੁੰਦਾ। ਫਿਰ ਉਹਦੇ ਪੁੱਤ ਦਾ ਘਰ ਹੋ ਜਾਂਦਾ ਹੈ ਨਾ, ਫਿਰ ਉਹਦੇ ਉਹ ਆਪਣੀ ਦਾਦੀ ਦਾ ਰੋਲ ਅਦਾ ਕਰਦੀ ਆ। ਉਹ ਚੀਜ਼ਾਂ ਇੱਦਾਂ ਹੀ ਚੱਲਦੀਆਂ ਰਹਿੰਦੀਆਂ ਨੇ, ਤੇ ਘਰ ਦੀਆਂ ਨੀਹਾਂ ਜਿਹੜੀਆਂ ਨੇ ਘਰ ਦੇ ਜੀ ਮਜ਼ਬੂਤ ਕਰਦੇ ਨੇ ਜੀ। ਤੇ ਅਮਨ ਮਤਲਬ ਇਹੀ ਹੁਣ ਵੈਸੇ ਸਾਡਾ ਸਮਾਂ ਵੀ ਹੋ ਗਿਆ, ਤੇ ਕਿਤੇ ਨਾ ਕਿਤੇ ਘਰ ਸਾਨੂੰ ਉਹ ਅਹਿਸਾਸ ਹੈ ਜਿੱਥੇ ਪਿਆਰ ਪਨਪਦੇ ਨੇ, ਰਿਸ਼ਤੇ ਪਨਪਦੇ ਨੇ, ਤੇ ਇੱਕ ਜੁੜਾਵ, ਇੱਕ ਲਗਾਵ ਹਮੇਸ਼ਾ ਰਹਿੰਦਾ ਹੈ। ਤੇ ਕੋਸ਼ਿਸ਼ ਇਹੀ ਕਰਨੀ ਚਾਹੀਦੀ ਹੈ ਕਿ ਇਹ ਪਿਆਰ ਹੋਰ ਡੂੰਘਾ ਹੋਵੇ, ਕਿਉਂਕਿ ਜਿੰਨੀ ਨੀਂਹ ਮਜ਼ਬੂਤ ਹੋਏਗੀ ਉਸ ਤੇ ਬਣੀ ਜਿਹੜੀ ਉਸਾਰੀ ਹੈ ਉਹ ਵੀ ਉਨੀ ਹੀ ਮਜ਼ਬੂਤ ਹੋਏਗੀ। ਤੇ ਇਸ ਦੇ ਨਾਲ ਹੀ ਜੇਕਰ ਤੁਹਾਡਾ ਵੀ ਘਰ ਬਾਰੇ ਕੋਈ ਆਪਣਾ ਤਜਰਬਾ ਹੈ, ਘਰ ਦੇ ਪਿਆਰ ਬਾਰੇ, ਤਾਂ ਸਾਡੇ ਨਾਲ ਜ਼ਰੂਰ ਸਾਂਝਾ ਕਰਿਓ, ਤੇ ਸਾਨੂੰ ਉਡੀਕ ਰਹੇਗੀ ਤੁਹਾਡੇ ਸੁਨੇਹਿਆਂ ਦੀ, ਤੁਹਾਡੇ ਵਿਚਾਰਾਂ ਦੀ। ਇਸ ਦੇ ਨਾਲ ਹੀ ਮੈਨੂੰ ਤੇ ਅਮਨ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।